ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਦੇਵ ਸਿੰਘ ਖਾਲਸਾ, ਬਾਰਸੀਲੋਨਾ, ਕਤਲੂਨੀਆ, ਸਪੇਨ ਤੋਂ। ਗੁਰੂ ਪਿਆਰੀ ਸਾਧ ਸੰਗਤ ਜੀਓ, ਮੇਰੇ ਸਾਰੇ ਪੰਜਾਬੀ ਭੈਣ ਭਰਾ, ਇਹ ਵੀਡੀਓ ਹੈ ਕਤਲੂਨੀਆ, ਸਪੇਨ ਦੀ ਸਿੱਖ ਸੰਗਤ ਨਾਲ ਹੋਏ ਧੋਖੇ ਦੇ ਖੁਲਾਸੇ ਦੀ। ਇਹ ਜੋ ਤੁਸੀਂ ਵੀਡੀਓ ਦੇਖਣ ਵਾਲੇ ਹੋ, ਇਹਦੇ ਵਿੱਚ ਮੈਂ ਉਹ ਸੱਚ ਦੱਸਣ ਵਾਲਾ ਵਾਂ ਜੋ ਲੁਕੋਇਆ ਗਿਆ ਵਾ, ਜੋ ਦਬਾਇਆ ਗਿਆ ਵਾ। ਵੀਡੀਓ ਨੂੰ ਧਿਆਨ ਨਾਲ ਦੇਖਿਓ ਜੀ, ਐਂਡ ਤੱਕ ਜ਼ਰੂਰ ਦੇਖਿਓ। ਜੋ ਇਹਨਾਂ ਨੇ ਸੱਚ ਨੂੰ ਲੁਕਾਉਣ ਵਾਸਤੇ ਧਮਕੀਆਂ ਦਿੱਤੀਆਂ, ਜੋ ਵੀ ਪ੍ਰੋਪੋਗੰਡਾ ਖੇਡਿਆ, ਜੋ ਵੀ ਗੱਲਬਾਤ ਹੈ, ਉਹ ਇਸ ਵੀਡੀਓ ਦੇ ਵਿੱਚ ਤੁਸੀਂ ਆਪ ਹੀ ਵੇਖ ਲਿਓ ਜੀ। ਮੀਟਿੰਗ ਤੋਂ ਬਾਅਦ ਆਗੂਆਂ ਨਾਲ ਅਤੇ ਆਫੀਸਰਸ ਨਾਲ ਜਦੋਂ ਮੇਰੇ ਵਿਚਾਰ ਸਾਂਝੇ ਹੋਏ ਤਾਂ ਉੱਥੇ ਮੌਜੂਦ ਇੱਕ ਆਫੀਸਰ ਨੇ ਦਾਸ ਨੂੰ ਮੁਬਾਰਕਬਾਦ ਦਿੱਤੀ ਕਮਿਊਨਿਟੀ ਦੇ ਨਾਮ ਇੱਕ 2017 ਦੇ ਅਵਾਰਡ ਕਰਕੇ। ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਬੜੀ ਖੁਸ਼ੀ ਹੋਈ ਮੈਨੂੰ ਮਿਲ ਕੇ, ਅਤੇ ਇਸ ਲਈ ਉਹਨਾਂ ਨੇ ਲੱਗਦੇ ਹੱਥੀਂ ਸਾਡੀ ਸਾਰੀ ਕੌਮ ਨੂੰ ਅਵਾਰਡ ਕਰਕੇ ਮੁਬਾਰਕ ਦਿੱਤੀ। ਮੈਂ ਸਤ ਬਚਨ ਕਹਿ ਕੇ ਉਹਨਾਂ ਦਾ ਥੈਂਕਸ ਕਰਕੇ ਉਹਨਾਂ ਦੀ ਮੁਬਾਰਕ ਐਕਸੈਪਟ ਤਾਂ ਕਰ ਲਈ, ਪਰ ਫਿਰ ਮੈਨੂੰ ਯਾਦ ਆਇਆ ਕਿ ਜਦੋਂ 2017 ਵਿੱਚ ਅਵਾਰਡ ਮਿਲਿਆ ਸੀ ਤਾਂ ਉਸ ਵੇਲੇ ਦੇ ਸਿੱਖੀ ਨੂੰ ਪ੍ਰੈਜ਼ੈਂਟ ਕਰਨ ਵਾਲੇ ਗਗਨਦੀਪ ਸਿੰਘ ਨੇ YouTube ਉੱਤੇ ਇੰਟਰਨੈਸ਼ਨਲ TV ਚੈਨਲਾਂ ਵਿੱਚ ਕਿਹਾ ਸੀ ਕਿ ਇਹ ਅਵਾਰਡ ਉਹਨਾਂ ਦਾ ਪਰਸਨਲ ਹੈ। ਸੋ ਇਸ ਕਰਕੇ ਅੱਜ ਤੱਕ ਦਾਸ ਨੂੰ ਅਤੇ ਕਤਲੂਨੀਆ ਦੀ ਸਿੱਖ ਸੰਗਤ ਅਤੇ ਸਾਰੇ ਸੰਸਾਰ ਦੀ ਸਿੱਖ ਸੰਗਤ ਨੂੰ ਇੰਝ ਹੀ ਲੱਗਦਾ ਸੀ ਕਿ ਅਵਾਰਡ ਗਗਨਦੀਪ ਦਾ ਵਾ। ਪਰ ਜਦੋਂ ਉਸ ਪਾਰਲੀਮੈਂਟ ਦੀ ਮੀਟਿੰਗ ਵਿੱਚ ਬਾਅਦ ਵਿੱਚ ਸਾਡੀ ਸਾਰੀ ਕੌਮ ਨੂੰ ਮੇਰੇ ਥਰੂ ਮੁਬਾਰਕਬਾਦ ਦਿੱਤੀ ਤਾਂ ਉਦੋਂ ਦਾਸ ਨੂੰ ਸਮਝ ਨਹੀਂ ਆਇਆ ਕਿ ਇਹ ਸਭ ਕੁਝ ਚੱਲ ਕੀ ਰਿਹਾ ਵਾ। ਇੱਥੇ ਸਾਡੇ ਲੋਕਲ ਸਰਕਾਰ ਅਤੇ ਡਿਪਾਰਟਮੈਂਟਸ ਵਿੱਚ ਕੁਝ ਹੋਰ ਇਨਫੋਰਮੇਸ਼ਨ ਹੈ ਅਤੇ ਦੂਸਰੇ ਪਾਸੇ ਦੁਨੀਆ ਵਿੱਚ TV ਉੱਪਰ ਗਗਨਦੀਪ ਸਿੰਘ ਨੇ ਕੁਝ ਹੋਰ ਹੀ ਪੇਸ਼ ਕੀਤਾ ਸੀ। ਫਿਰ ਉਦੋਂ ਦਾਸ ਨੂੰ ਸਮਝ ਲੱਗੀ ਕਿ ਵਾਕਿਆ 'ਚ ਕਿਤੇ ਨਾ ਕਿਤੇ ਕੋਈ ਗੜਬੜਿਆ, ਵਾਕਿਆ 'ਚ ਸਾਰੀ ਸੰਗਤ ਹੈ ਕਈ ਗੱਲਾਂ ਤੋਂ ਵਾਂਝੀ ਹੈ, ਕਈ ਗੱਲਾਂ ਤੋਂ ਅਣਜਾਣ ਹੈ। ਆਓ ਹੁਣ ਸਭ ਤੋਂ ਪਹਿਲਾਂ ਇਸ ਅਵਾਰਡ ਬਾਰੇ ਕੁਝ ਜਾਣਕਾਰੀ ਲੈਂਦੇ ਹਾਂ। ਇਸ ਅਵਾਰਡ ਦਾ ਨਾਮ ਹੈ ਪ੍ਰੈਮੀ ਮਰਤੀ ਗਜ਼ੋਇਲ ਈ ਰੋਜ, ਜੋ ਕਿ ਕਤਲੂਨੀਆ, ਸਪੇਨ ਵਿਖੇ ਪਲਾਟਾਫੋਰਮਾ ਪਰ ਲਾ ਜੈਂਗੁਆ ਡਿਪਾਰਟਮੈਂਟ ਵੱਲੋਂ ਹਰ ਸਾਲ ਦਿੱਤਾ ਜਾਂਦਾ ਹੈ। ਇਸ ਅਵਾਰਡ ਵਿੱਚ ਹਰ ਸਾਲ 2 ਕੈਟਾਗਰੀਆਂ ਹੁੰਦੀਆਂ ਨੇ। ਜਿਸ ਤਰ੍ਹਾਂ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ, ਪਹਿਲੀ ਕੈਟਾਗਰੀ ਵਿੱਚ ਅਵਾਰਡ ਦੇ ਨਾਲ 3000 ਯੂਰੋ ਦੀ ਰਕਮ ਦਿੱਤੀ ਜਾਂਦੀ ਹੈ ਅਤੇ ਇਸ ਕੈਟਾਗਰੀ ਵਿੱਚ ਮੋਸਟਲੀ ਸੰਸਥਾਵਾਂ ਹੀ ਪਾਰਟੀਸਿਪੇਟ ਕਰਦੀਆਂ ਨੇ। ਰਹੀ ਗੱਲ ਦੂਸਰੀ ਕੈਟਾਗਰੀ ਦੀ, ਤੇ ਇਹਦੇ ਵਿੱਚ ਸਿਰਫ ਅਵਾਰਡ ਮਿਲਦਾ ਵਾ ਅਤੇ ਇਸ ਕੈਟਾਗਰੀ ਵਿੱਚ ਜੱਜਸ ਇੱਕ ਇਕੱਲੇ ਇਨਸਾਨ ਨੂੰ ਸਨਮਾਨ ਕਰਦੇ ਨੇ। ਸੋ ਇਸ ਕਰਕੇ ਇਹਦੇ ਵਿੱਚ ਸੰਸਥਾਵਾਂ ਹਿੱਸਾ ਨਹੀਂ ਲੈ ਸਕਦੀਆਂ, ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਵਾ, ਸਿਰਫ ਇੱਕ ਇਕੱਲੇ ਪ੍ਰਾਈਵੇਟ ਇਨਸਾਨ ਨੂੰ ਅਵਾਰਡ ਦਿੱਤਾ ਜਾਂਦਾ ਵਾ ਜੱਜਸ ਵੱਲੋਂ। ਸੋ ਇਹਦੇ ਦੌਰਾਨ 2017 ਵਿੱਚ ਪਹਿਲੀ ਕੈਟਾਗਰੀ ਵਿੱਚ, ਸੰਸਥਾਵਾਂ ਵਾਲੀ ਕੈਟਾਗਰੀ ਵਿੱਚ, ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਾਰੇ ਕਤਲੂਨੀਆ ਦੀ ਸਿੱਖ ਕਮਿਊਨਿਟੀ ਨੇ ਜਿੱਤ ਹਾਸਲ ਕੀਤੀ ਸੀ। ਇੱਥੋਂ ਦੀ ਸਿੱਖ ਕੌਮ ਫਸਟ ਪੋਜੀਸ਼ਨ ਵਿੱਚ ਆਈ ਸੀ ਅਤੇ ਸੈਕੰਡ ਐਂਡ ਥਰਡ ਪੋਜੀਸ਼ਨ ਵਿੱਚ 2 ਵੱਖਰੀਆਂ ਸੰਸਥਾਵਾਂ ਸੀ। ਅਤੇ ਰਹੀ ਗੱਲ ਦੂਸਰੀ ਕੈਟਾਗਰੀ ਦੀ, ਅਤੇ ਉਹਦੇ ਵਿੱਚ ਜੱਜਸ ਵੱਲੋਂ ਜੋ ਪ੍ਰਾਈਵੇਟ ਇਨਸਾਨ ਨੂੰ ਅਵਾਰਡ ਦਿੱਤਾ ਗਿਆ ਸੀ, ਉਹਨਾਂ ਦਾ ਨਾਮ ਹੈ ਅਲਬਰਤ ਜਨੇ, ਜਿਨ੍ਹਾਂ ਦੀ ਤੁਸੀਂ ਫੋਟੋ ਵੀਡੀਓ ਉੱਪਰ ਦੇਖ ਸਕਦੇ ਹੋ। ਇੱਕ ਬਹੁਤ ਹੀ ਮੰਨੇ ਹੋਏ ਕਤਲਾਨ ਲੇਖਕ। ਸੋ ਇਹਦੇ ਦੌਰਾਨ ਗਗਨਦੀਪ ਸਿੰਘ ਦਾ ਨਾਮੋ ਨਿਸ਼ਾਨ ਕਿਸੇ ਵੀ ਕੈਟਾਗਰੀ ਵਿੱਚ ਨਹੀਂ ਆਉਂਦਾ। ਸੰਸਥਾਵਾਂ ਵਾਲੀ ਕੈਟਾਗਰੀ ਵਿੱਚ ਇਸ ਕਰਕੇ ਨਹੀਂ ਆ ਸਕਦਾ ਕਿਉਂਕਿ ਗਗਨਦੀਪ ਕੋਈ ਸੰਸਥਾ ਨਹੀਂ ਹੈਗੇ, ਇੱਕ ਇਨਸਾਨ ਨੇ। ਅਤੇ ਦੂਸਰੀ ਕੈਟਾਗਰੀ ਵਿੱਚ ਇਸ ਲਈ ਨਹੀਂ ਆ ਸਕਦਾ ਕਿਉਂਕਿ ਪ੍ਰਾਈਵੇਟ ਇਨਸਾਨਾਂ ਵੱਲੋਂ ਜੱਜਸ ਨੇ ਅਲਬਰਤ ਜਨੇ ਜੀ ਨੂੰ ਸਨਮਾਨਿਤ ਕੀਤਾ ਸੀ। ਹੁਣ ਲੌਜੀਕਲੀ ਕਤਲੂਨੀਆ ਦੀ ਸਿੱਖ ਕਮਿਊਨਿਟੀ ਦਾ ਅਵਾਰਡ ਲੈਣ ਵਾਸਤੇ ਆਪਾਂ ਸਾਰੇ ਇਕੱਠੇ 20-25 ਹਜ਼ਾਰ ਦਾਣੇ ਤਾਂ ਜਾ ਨਹੀਂ ਸਕਦੇ। ਸੋ ਇਸ ਲਈ ਸਾਡੇ ਵਿੱਚੋਂ ਕਿਸੇ ਨਾ ਕਿਸੇ ਨੂੰ ਤਾਂ ਜਾਣਾ ਪੈਣਾ ਸੀ। ਤਾਂ ਉਸ ਵੇਲੇ ਗਗਨਦੀਪ ਸਿੰਘ ਇਸ ਅਵਾਰਡ ਨੂੰ ਲੈਣ ਗਏ ਸੀ, ਪਰ ਇਹਦਾ ਬਿਲਕੁਲ ਵੀ ਮਤਲਬ ਨਹੀਂ ਹੈ ਕਿ ਇਹ ਅਵਾਰਡ ਉਹਨਾਂ ਦਾ ਪਰਸਨਲ ਹੋ ਗਿਆ ਵਾ, ਜਿੱਦਾਂ ਕਿ ਉਹ ਇੰਟਰਨੈਸ਼ਨਲ ਲੈਵਲ 'ਤੇ ਹਰ TV ਇੰਟਰਵਿਊ ਦੇ ਵਿੱਚ ਕਹਿੰਦੇ ਨੇ ਆਪਣੀ ਫ੍ਰੀ ਦੀ ਝੂਠੀ ਪਬਲਿਸਿਟੀ ਕਰਨ ਵਾਸਤੇ। ਹੁਣ ਤੁਸੀਂ ਇੱਕ ਪਬਲਿਕ ਫੇਸਬੁੱਕ ਦੀ ਚੈਟ ਵਿੱਚ ਦੇਖ ਸਕਦੇ ਹੋ ਕਿ ਉਹਨਾਂ ਦੀ ਸਪੋਰਟ ਕਰਨ ਵਾਲਾ ਬੰਦਾ ਤਾਂ ਇੱਥੋਂ ਤੱਕ ਕਹਿ ਰਿਹਾ ਵਾ ਕਿ ਕੋਈ ਵੀ ਪੈਸੇ ਨਹੀਂ ਸੀ ਮਿਲੇ ਅਵਾਰਡ ਦੇ ਨਾਲ। ਕਿੰਨੀ ਵੱਡੀ ਗਲਤ ਗੱਲ ਕਰ ਰਹੇ ਨੇ, ਸੱਚ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸਵਾਲ ਇਹ ਹੈ ਕਿ ਇਹ ਅਮਾਊਂਟ ਆਫ ਮਨੀ ਕਿੱਥੇ ਗਈ? ਗੱਲ ਭਾਵੇਂ ਲੱਖ ਦੀ ਹੋਵੇ ਤੇ ਭਾਵੇਂ ਕੱਖ ਦੀ ਹੋਵੇ, ਸਾਡੀ ਕਤਲੂਨੀਆ ਦੀ ਸਿੱਖ ਕਮਿਊਨਿਟੀ ਨੂੰ ਤਾਂ 99% ਕੁਛ ਵੀ ਨਹੀਂ ਪਤਾ, ਤੇ ਸੰਗਤ ਦੇ ਇਸੇ ਹੀ ਭੋਲੇਪਨ ਦਾ ਫਾਇਦਾ ਉਠਾਇਆ ਗਿਆ ਵਾ। ਇਹ ਸੋਚਦੇ ਸੀ ਕਿ ਆਪਾਂ ਸਾਰੇ ਹੀ ਅਨਪੜ੍ਹ ਤੋਂ ਸਾਨੂੰ ਸੱਚ ਨਹੀਂ ਸਮਝ ਆਵੇਗਾ। ਇਹ ਤੁਸੀਂ ਨੀਚੇ ਜਿਹੜੀ ਫੋਟੋ ਦੇਖ ਰਹੇ ਹੋ, ਇਹ ਮੈਂ ਡਿਪਾਰਟਮੈਂਟ ਦੇ ਓਫੀਸ਼ੀਅਲ ਵੈਬਸਾਈਟ ਦੇ ਵਿੱਚੋਂ ਲਈ ਆ, ਜੋ 3000 ਯੂਰੋ ਦੀ ਰਕਮ ਮਿਲੀ ਸੀ ਅਵਾਰਡ ਦੇ ਨਾਲ। ਹੁਣ ਸੰਗਤ ਤੇ ਬਹੁਤ ਸਾਰੀ ਗੱਲਾਂ ਤੋਂ ਵਾਂਝੀ ਹੈ, ਅਣਜਾਣ ਹੈ, ਤੇ ਵਿੱਚ ਕਈ ਝੂਠ ਦੀ ਸਪੋਰਟ ਕਰਦੇ ਨੇ, ਸੱਚ ਨੂੰ ਇਨਕਾਰ ਕਰਦੇ ਨੇ। ਸਵਾਲ ਹੁਣ ਉਹਨਾਂ ਨੂੰ ਇਹ ਹੈ ਕਿ ਸਭ ਕੁਝ ਕਿੱਥੇ ਗਿਆ ਵਾ? ਸਿੱਖ ਕਮਿਊਨਿਟੀ ਆਫ ਕਤਲੂਨੀਆ ਦੇ ਅਵਾਰਡ ਨੂੰ ਆਪਣਾ ਨਾਮ ਦੇ ਕੇ ਤੁਸੀਂ ਪਬਲਿਸਿਟੀ ਕਰ ਲਈ ਮੀਡੀਆ ਦੇ ਵਿੱਚ। ਸਿੱਖ ਸੰਗਤ ਨੂੰ ਵਾਕਿਆ 'ਚ ਕੁਝ ਗੱਲਾਂ ਦਾ ਨਹੀਂ ਪਤਾ, ਅਤੇ ਉਹੀ ਮੰਨ ਲਿਆ ਜੋ ਗਗਨਦੀਪ ਨੇ ਕਿਹਾ ਕਿ ਅਵਾਰਡ ਉਹਦਾ ਪਰਸਨਲ ਹੈ,
ਜਦ ਕਿ ਉਹ ਤਾਂ ਸਿਰਫ ਸਾਰੇ ਸਿੱਖਾਂ ਦਾ ਅਵਾਰਡ ਲੈਣ ਗਿਆ ਸੀ। ਇਸ ਫੋਟੋ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਿੱਖ ਕੌਮ ਸੈਂਟਰ ਵਿੱਚ ਫਸਟ ਪੋਜੀਸ਼ਨ ਵਿੱਚ ਆਈ ਸੀ। ਡਿਪਾਰਟਮੈਂਟ ਵੱਲੋਂ ਸਿੱਖ ਕਮਿਊਨਿਟੀ ਆਫ ਕਤਲੂਨੀਆ ਨੂੰ ਇਹ ਅਵਾਰਡ ਮੇਨਲੀ ਇਸ ਲਈ ਦਿੱਤਾ ਗਿਆ ਸੀ ਕਿਉਂਕਿ ਸਿੱਖ ਕਮਿਊਨਿਟੀ ਵਿੱਚ ਕਤਲਾਨ ਭਾਸ਼ਾ ਦੀਆਂ ਕਲਾਸਾਂ ਲਗਾਈਆਂ ਗਈਆਂ ਸੀ। ਮੇਰੇ ਸਿੱਖ ਵੀਰ ਅਤੇ ਭੈਣਾਂ ਕਤਲਾਨ ਭਾਸ਼ਾ ਸਿੱਖਦੇ ਸੀ, ਜੋ ਕਿ ਇੱਥੇ ਰਹਿਣ ਵਾਸਤੇ ਬਹੁਤ ਜ਼ਰੂਰੀ ਹੈ ਤਾਂ ਜੋ ਸਿੱਖ ਕੌਮ ਕਤਲੂਨੀਆ ਦੇ ਨਾਲ ਚੰਗੀ ਤਰ੍ਹਾਂ ਕੋਆਪਰੇਟ ਕਰ ਸਕੇ। ਤੇ ਇਸ ਕਤਲਾਨ ਭਾਸ਼ਾ ਸਿੱਖਣ ਦੇ ਉਤਸ਼ਾਹ ਬਦਲੇ ਸਾਰੀ ਕੌਮ ਨੂੰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹਨਾਂ ਨੂੰ ਇੱਥੇ ਬਹੁਤ ਖੁਸ਼ੀ ਹੋਈ ਸੀ ਕਿ ਸਾਡੀ ਸਾਰੀ ਕਮਿਊਨਿਟੀ ਇਹਨਾਂ ਦੇ ਨਾਲ ਇੰਨਾ ਡੂੰਘਾ ਕੋਆਪਰੇਟ ਕਰ ਰਹੀ ਹੈ। ਸੋ ਇਸ ਕਰਕੇ ਮੈਂ ਪਲੇਟਫਾਰਮਾਂ ਪਰ ਲੈਂਗੁਏਜ ਡਿਪਾਰਟਮੈਂਟ ਦਾ ਵੀ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਾਡੀ ਸਾਰੀ ਕਮਿਊਨਿਟੀ ਆਫ ਕਤਲੂਨੀਆ ਨੂੰ ਇਹ ਅਵਾਰਡ, ਇਹ ਸਨਮਾਨ ਦਿੱਤਾ। ਤੇ ਮੈਂ ਆਪਣੇ ਸਾਰੇ ਸਿੱਖ ਭੈਣ ਭਰਾਵਾਂ ਨੂੰ ਵੀ ਪਹਿਲੀ ਵਾਰੀ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ। ਪਰ ਬੜੀ ਅਜੀਬ ਗੱਲ ਹੈ ਕਿ ਗਗਨਦੀਪ ਸਿੰਘ ਨੇ, ਜਿਸ ਤਰ੍ਹਾਂ ਕਿ ਮੈਂ ਪਹਿਲੇ ਵੀ ਦੱਸਿਆ ਹੈ, ਟੀਵੀ ਉੱਤੇ ਮੀਡੀਆ ਵਿੱਚ ਝੂਠੀ ਇਨਫੋਰਮੇਸ਼ਨ ਫੈਲਾਈ। ਮਕਸਦ ਤਾਂ ਹੁਣ ਸਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਚੁੱਕਾ ਵਾ। ਇਹ ਜਰਾ ਸੁਣਿਓ ਗਗਨਦੀਪ ਦੀ ਵੀਡੀਓ। ਉੱਥੇ ਪੁਰਸਕਾਰ ਹੁੰਦੇ ਆ ਹਰ ਦੇਸ਼ ਵਿੱਚ, ਜਿੱਦਾਂ ਇੰਡੀਆ 'ਚ ਵੀ ਹੁੰਦੇ ਆ, ਪੰਜਾਬ ਸਰਕਾਰ ਵੱਲੋਂ ਵੀ ਦਿੱਤੇ ਜਾਂਦੇ। ਜਿਹੜੀ ਉੱਥੇ ਕਤਲੂਨੀਆ ਸਰਕਾਰ, ਉਹਨਾਂ ਵੱਲੋਂ ਰਾਸ਼ਟਰੀ ਪੁਰਸਕਾਰ ਦਿੱਤੇ ਜਾਂਦੇ ਵੇ ਸਮਾਜਿਕ ਦਾਇਰਿਆਂ ਦੇ, ਚਾਹੇ ਖਿਡਾਰੀ ਆ, ਚਾਹੇ ਕੋਈ ਲਿਖਾਰੀ ਆ, ਕਿਸੇ ਵੀ ਦਾਇਰੇ ਵਿੱਚ ਹੋਵੇ, ਜਿਸ ਤਰ੍ਹਾਂ ਹਰ ਦੇਸ਼ ਵਿੱਚ ਹੁੰਦੇ। ਉੱਥੋਂ ਦੀ ਮੇਰੀਆਂ ਕੁਛ ਭੈਣਾਂ ਸੀ ਗੋਰੀਆਂ, ਉਹਨਾਂ ਨੇ ਆਪਣੇ ਤੌਰ 'ਤੇ ਮੇਰੀ ਫਾਈਲ ਬਣਾ ਕੇ ਉੱਥੇ ਜਦੋਂ ਆਪਣੀ ਸਾਰੇ ਆਪਾਂ ਕਾਗਜ਼ ਨਾਮਜ਼ਦ ਕਰਦੇ, ਉਹਨਾਂ ਨੇ ਆਪਣੇ ਤੌਰ 'ਤੇ ਵੀ ਗਗਨਦੀਪ ਸਿੰਘ ਨੇ ਇੰਨੇ ਸਾਲਾਂ ਵਿੱਚ ਜਿੰਨਾ ਸਮਾਜਿਕ ਕੰਮ ਕੀਤਾ ਵਾ ਕਤਲਾਨ ਭਾਸ਼ਾ ਵਿੱਚ, ਉਹਨਾਂ ਨੂੰ ਇਹ ਖੁਸ਼ੀ ਸੀ ਕਿ ਇਹ ਕੋਈ ਵੀ ਕੰਮ ਕਰਦਾ ਸਪੈਨਿਸ਼ 'ਚ ਨਹੀਂ ਕਰਦਾ, ਕਤਲਾਨ ਭਾਸ਼ਾ 'ਚ ਕਰਦਾ, ਕਿਉਂਕਿ ਉਹ ਲੋਕ ਬਹੁਤ ਜ਼ਿਆਦਾ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਆ। ਕਾਸ਼ ਮੇਰੇ ਮਨ 'ਚ ਹਮੇਸ਼ਾ ਚਾਹ ਰਹਿੰਦਾ ਜਿੱਦਾਂ ਕਤਲਾਨ ਲੋਕ ਕਤਲਾਨ ਭਾਸ਼ਾ ਨੂੰ ਪਿਆਰ ਕਰਦੇ ਆ, ਕਿਤੇ ਪੰਜਾਬੀਆਂ ਅੰਦਰ ਵੀ ਉਹ ਚੀਜ਼ ਜਾਗ ਪਈ ਕਿ ਉਹ ਵੀ ਉੱਦਾਂ ਹੀ ਪੰਜਾਬੀਆਂ ਨੂੰ, ਪੰਜਾਬੀ ਭਾਸ਼ਾ ਨੂੰ ਪਿਆਰ ਕਰ ਸਕਣ, ਉਹ ਮਾਣ ਮਹਿਸੂਸ ਕਰ ਸਕਣ ਆਪਣੀ ਭਾਸ਼ਾ ਨੂੰ ਬੋਲ ਕੇ। ਸੋ ਜਦੋਂ ਉਹਨਾਂ ਨੇ ਆਪਣੇ ਕਾਗਜ਼ ਮੇਰੇ ਨਾਮਜ਼ਦ ਕਰਤੇ, ਮੈਨੂੰ ਕੁਛ ਵੀ ਨਹੀਂ ਸੀ ਪਤਾ। ਸੋ ਬਾਅਦ ਵਿੱਚ ਜਦੋਂ ਉਹਨਾਂ ਦਾ ਫੋਨ ਆਇਆ, ਜਿਹੜਾ ਉਹਨਾਂ ਦੇ ਪ੍ਰੈਜ਼ੀਡੈਂਟ ਦਫ਼ਤਰ ਦੇ ਵਿੱਚੋਂ, ਕਿ ਗਗਨਦੀਪ ਸਿੰਘ ਬਹੁਤ ਬਹੁਤ ਮੁਬਾਰਕਾਂ, ਤੁਸੀਂ ਅਵਾਰਡ ਲਈ ਸਿਲੈਕਟ ਹੋ ਗਏ ਆ। ਮੈਂ ਬੜਾ ਹੈਰਾਨ ਸੀ ਕਿ ਕਿਹੜੇ ਵਰਡ, ਮੈਨੂੰ ਲੱਗਾ ਕਿ ਇਹਨਾਂ ਨੂੰ ਭੁਲੇਖਾ ਭੁਲੇਖਾ ਲੱਗਾ ਵਾ, ਇੱਦਾਂ ਦਾ ਕੁਛ ਨਹੀਂ, ਕਿਉਂਕਿ ਮੇਰੇ ਤੇ ਨਾ ਮੈਂ ਕਦੀ ਸੋਚਿਆ, ਨਾ ਮੇਰੀ ਮਨ ਦੀ ਕੋਈ ਇੱਛਾ। ਅਤੇ ਮੈਨੂੰ ਆਪਣੇ ਆਪ ਨੂੰ ਲੱਗਾ ਮੈਂ ਕੀਤਾ ਵੀ ਕਿ ਜਿਹੜਾ ਮੈਨੂੰ ਅਵਾਰਡ ਮਿਲਣਾ, ਮੈਂ ਤਾਂ ਆਪਣੀ ਕਮਿਊਨਿਟੀ ਲਈ ਕੰਮ ਕਰਦਾ ਜਿੱਥੇ ਮੈਨੂੰ ਲੋੜ ਮਹਿਸੂਸ ਹੁੰਦੀ। ਸੋ ਉਸ ਤੋਂ ਬਾਅਦ ਉਹ ਜਿਹੜੀ ਭੈਣ ਨੇ ਮੇਰੀ ਫਾਈਲ ਲਾਈ ਸੀ, ਉਹਦਾ ਫੋਨ 10 ਮਿੰਟ ਬਾਅਦ ਫਿਰ ਆ ਗਿਆ ਵੀ ਗਗਨਦੀਪ ਤੈਨੂੰ ਫੋਨ ਆਇਆ ਦਫ਼ਤਰ ਤੋਂ? ਮੈਂ ਕਿਹਾ ਹਾਂ ਮੈਨੂੰ ਹੁਣੇ ਆਇਆ। ਕਹਿੰਦੀ ਫਿਰ ਬਹੁਤ ਵਧਾਈ ਹੋਏ, ਤੂੰ ਸਿਲੈਕਟ ਹੋ ਗਿਆ। ਮੈਨੂੰ ਬੜਾ ਕੁਛ ਸਮਝ ਨਾ ਆਵੇ, ਪਰ ਇੱਦਾਂ ਲੱਗ ਰਿਹਾ ਸੀ ਕਿ ਗੁਰੂ ਸਾਹਿਬ ਜੀ ਦੀਆਂ ਖੇਡਾਂ ਜਿਹੜੀਆਂ ਉਹ ਬਖਸ਼ਿਸ਼ਾਂ ਉਹ ਵਰਤ ਰਹੀਆਂ। ਸੋ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਜਦੋਂ ਦਫ਼ਤਰ ਸੱਦਿਆ, ਉਸ ਦੇ ਵਿੱਚ ਕੁੱਲ 1017 ਸੀਗੇ ਜਿਹੜੀਆਂ ਉੱਥੇ ਅਰਜ਼ੀਆਂ ਪਹੁੰਚੀ। ਹਰ ਤਰ੍ਹਾਂ ਦੇ, ਹਰ ਖੇਤਰ ਵਿੱਚ ਲੋਕ ਆਪੋ ਆਪਣੇ ਉਸ ਪੁਰਸਕਾਰ ਨੂੰ ਹਾਸਲ ਕਰਨੀ ਆਪੋ ਆਪਣੀਆਂ ਅਰਜ਼ੀਆਂ ਉੱਥੇ ਭੇਜਦੇ ਹਨ। ਅਤੇ ਉਸ ਤੋਂ ਬਾਅਦ 1017 ਵਿੱਚੋਂ ਜੋ ਸਰਕਾਰ ਦੇ ਨੁਮਾਇੰਦੇ ਹੁੰਦੇ, ਜੱਜ ਹੁੰਦੇ, ਉਹ ਵੇਖਦੇ ਆ ਕਿ ਕਿਹੜਾ ਇਨਸਾਨ ਜੋ ਸਾਡੀਆਂ ਸ਼ਰਤਾਂ 'ਤੇ ਪੂਰਾ ਉਤਰਦਾ। ਉਹਦੇ 'ਚ ਉਹਨਾਂ ਨੇ 370 ਚੁਣੇ। 317 ਵਿੱਚੋਂ ਫਿਰ 3 ਚੁਣਦੇ ਆ ਜਿਨ੍ਹਾਂ ਨੂੰ ਉਹਨਾਂ ਨੇ ਪੁਰਸਕਾਰ ਦੇਣੇ ਹੁੰਦੇ, ਤਿੰਨਾਂ ਨੂੰ। ਉਹਦੇ ਵਿੱਚ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਤਿੰਨਾਂ 'ਚ ਲੈ ਆਂਦਾ। ਮੈਨੂੰ ਲੱਗਾ ਕਿ ਇੰਨਾ ਹੀ ਬਹੁਤ ਹੈ, ਹੁਣ ਤਿੰਨਾਂ 'ਚ ਆ ਗਏ ਆਪਾਂ। ਫਿਰ ਉਹਨਾਂ ਨੇ ਜਦੋਂ ਆਪਣੇ ਦਫ਼ਤਰੇ ਸੱਦਿਆ ਅਤੇ ਤੁਹਾਡੀ ਸਾਰੀ ਬਾਇਓਗ੍ਰਾਫੀ ਲੈਣੀ ਹੁੰਦੀ ਆ, ਤੁਹਾਡੇ ਬਾਰੇ ਜਾਣਨਾ ਹੁੰਦਾ ਵਾ, ਤੁਹਾਡਾ ਜਨਮ ਕਿੱਥੇ ਆ, ਤੁਸੀਂ ਕੀ ਕੀ ਕੀਤਾ, ਸਾਰੇ ਤੁਹਾਡੇ ਨਿੱਜੀ ਜੀਵਨ ਬਾਰੇ। ਇਹ ਕਹਿ ਰਹੇ ਨੇ ਕਿ ਕਤਲੂਨੀਆ ਸਰਕਾਰ ਵੱਲੋਂ ਰਾਸ਼ਟਰੀ ਪੁਰਸਕਾਰ ਦਿੱਤੇ ਜਾਂਦੇ ਨੇ। ਇਹ ਗੱਲ ਗਲਤ ਹੈ, ਸਰਕਾਰ ਵੱਲੋਂ ਨਹੀਂ, ਇਹ ਤਾਂ ਭਾਸ਼ਾ ਦੇ ਡਿਪਾਰਟਮੈਂਟ ਵੱਲੋਂ ਦਿੱਤਾ ਗਿਆ ਸੀ ਅਵਾਰਡ। ਇੱਥੇ ਸਰਕਾਰ ਕਿੱਥੋਂ ਆ ਗਈ ਵਿੱਚ? ਕਹਿੰਦੇ ਰਾਸ਼ਟਰੀ ਦਾ ਮਤਲਬ ਜਾਣਦੇ ਹੋ ਤੁਸੀਂ? ਗੱਲ ਨੂੰ ਮਸਾਲੇ ਲਾ ਕੇ ਦੱਸ ਰਹੇ ਹੋ ਵੱਡੇ ਲੈਵਲ ਤੇ ਪਬਲਿਸਿਟੀ ਕਰਨ ਵਾਸਤੇ। ਜਿਹੜੀ ਪ੍ਰੋਪਰ ਇਨਫੋਰਮੇਸ਼ਨ ਹੈ ਉਹ ਪਤਾ ਹੁੰਦਿਆਂ ਵੀ ਵਧਾ ਚੜਾ ਕੇ ਗੱਲ ਪੇਸ਼ ਕਰ ਰਹੇ ਹੋ ਤਾਂ ਜੋ ਸੁਣਨ ਵਾਲੇ ਤੇ ਇੰਪ੍ਰੈਸ਼ਨ ਪਵੇ ਤੁਹਾਡਾ। ਇਹ ਕਹਿ ਰਹੇ ਨੇ ਕਿ ਸਾਰੇ ਖਿਡਾਰੀ, ਆਰਟਿਸਟ ਇਹਦੇ ਵਿੱਚ ਹਿੱਸਾ ਲੈਂਦੇ ਨੇ ਤੇ ਇਹਦੇ ਨਾਲ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹਨਾਂ ਸਾਰਿਆਂ ਦੇ ਵਿੱਚ ਜਿੱਤ ਸਿਰਫ ਇਹਨਾਂ ਦੀ ਹੋਈ ਸੀ, ਵੱਡੀ ਆਪਣੀ ਪਬਲਿਸਿਟੀ ਕਰਾਉਣ ਵਾਸਤੇ ਟੀਵੀ ਦੇ ਉੱਤੇ। ਇਹ ਵੀ ਗੱਲ ਗਲਤ ਹੈ। ਕੋਈ ਖਿਡਾਰੀ ਨਹੀਂ, ਕੋਈ ਐਕਟਰ ਨਹੀਂ, ਕੋਈ ਡਾਇਰੈਕਟਰ ਨਹੀਂ। ਇਹ ਅਵਾਰਡ ਪਹਿਲੀ ਗੱਲ ਤੇ ਸਿੱਖ ਕਮਿਊਨਿਟੀ ਆਫ ਕਤਲੂਨੀਆ ਦਾ ਵਾ ਤੇ ਦੂਜੀ ਗੱਲ ਤੇ ਕਤਲੂਨੀਆ ਨਾਲ ਅਤੇ ਇੱਥੋਂ ਦੀ ਭਾਸ਼ਾ ਦੇ ਨਾਲ ਕੋਆਪਰੇਟ ਕਰਨ ਵਾਸਤੇ ਮਿਲਦਾ ਵਾ। ਖਿਡਾਰੀਆਂ ਨੂੰ, ਐਕਟਰਸ ਨੂੰ, ਇਹਨਾਂ ਨੂੰ ਵੀ ਸ਼ਾਮਿਲ ਕਰਕੇ ਹੋਰ ਪਬਲਿਸਿਟੀ ਵਧਾ ਰਹੇ ਹੋ ਆਪਣੀ, ਉਹਨਾਂ ਤੋਂ ਵਧੀਆ ਸਾਬਿਤ ਕਰ ਰਹੇ ਹੋ ਆਪਣੇ ਆਪ ਨੂੰ, ਜਿਨ੍ਹਾਂ ਦਾ ਇਸ ਅਵਾਰਡ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਵੈਸੇ ਚਲੋ ਲੈਣਾ ਦੇਣਾ ਤੁਹਾਡਾ ਵੀ ਕੋਈ ਨਹੀਂ ਹੈਗਾ, ਪਰ ਬਾਕੀ ਇਹ ਜੋ ਤੁਸੀਂ ਗੱਲ ਪੇਸ਼ ਕਰ ਰਹੇ ਹੋ, ਜੋ ਤੁਸੀਂ ਕਾਰਨ ਦੱਸ ਰਹੇ ਹੋ, ਜੋ ਤੁਸੀਂ ਸਿਸਟਮ ਪੇਸ਼ ਕਰ ਰਹੇ ਹੋ, ਇਹ ਸਭ ਗਲਤ ਹੈ। ਕਹਿੰਦੇ ਕਿ ਪ੍ਰੈਜ਼ੀਡੈਂਟ ਦਫ਼ਤਰ ਵਿੱਚੋਂ ਫੋਨ ਆਇਆ, ਇਹ ਸਭ ਫੇਕ ਗੱਲਾਂ ਮਿਕਸ ਕਰਕੇ ਤੁਸੀਂ ਗੱਲ ਨੂੰ ਬਹੁਤ ਵੱਡੀ ਬਣਾ ਕੇ ਦੱਸ ਰਹੇ ਹੋ।
ਮੈਂ ਇੱਕ ਵਾਰੀ ਫਿਰ ਦੱਸ ਦੇਵਾਂ, ਭਾਸ਼ਾ ਦੇ ਡਿਪਾਰਟਮੈਂਟ ਵਿੱਚੋਂ ਸਿਰਫ ਕਤਲੂਨੀਆ ਦੀ ਸਿੱਖ ਸੰਗਤ ਨੂੰ ਅਵਾਰਡ ਮਿਲਿਆ ਸੀ। ਪ੍ਰੈਜ਼ੀਡੈਂਟ ਵਰਗੇ ਸ਼ਬਦ ਵਿੱਚ ਫੇਕਲੀ ਮਿਕਸ ਕਰਕੇ ਕੀ ਸਾਬਿਤ ਕਰਨਾ ਚਾਹੁੰਦੇ ਹੋ ਤੁਸੀਂ? ਤੇ ਜਿਹੜਾ ਇਹ ਕਹਿ ਰਹੇ ਨੇ ਕਿ ਅਵਾਰਡ ਇਹਨਾਂ ਦਾ ਵੈ ਤੇ ਬਾਇਓਗ੍ਰਾਫੀ ਇੰਟਰਵਿਊ ਲਈ ਗਈ ਸੀ ਇਹਨਾਂ ਦੀ, ਇਹ ਵੀ ਸਰਾਸਰ ਗਲਤ ਗੱਲ ਹੈ। ਆਫੀਸ਼ੀਅਲ ਵੈਬਸਾਈਟ ਉੱਤੇ ਚੜਿਆ ਹੋਇਆ ਹੈ ਕਿ ਇੰਟਰਵਿਊ ਲਈ ਗਈ ਸੀ ਸਿੱਖ ਕੌਮ ਤੇ ਧਰਮ ਨੂੰ ਜਾਣਨ ਵਾਸਤੇ, ਕਿਉਂਕਿ ਅਵਾਰਡ ਸਿੱਖ ਕਮਿਊਨਿਟੀ ਦਾ ਸੀਗਾ। ਕਿਸੇ ਦੀ ਪ੍ਰਾਈਵੇਟ ਬਾਇਓਗ੍ਰਾਫੀ ਕੋਲੋਂ ਕੀ ਲੈਣਾ ਉਹਨਾਂ ਨੇ? ਜਰਾ ਆਹ ਵੀਡੀਓ ਵੇਖਿਓ ਜੀ ਹੁਣ ਇਹਨਾਂ ਦੀ। ਮੈਨੂੰ ਇੱਕ ਗੱਲ ਹੋਰ ਦੱਸੋ, ਬੜਾ ਸੁਰਖੀਆਂ ਦੇ ਵਿੱਚ ਆਇਆ ਸੀ ਕਿ ਤੁਹਾਨੂੰ ਇੱਕ ਅਵਾਰਡ ਮਿਲਿਆ, ਉੱਥੋਂ ਦੀ ਸਟੇਟ ਗਵਰਨਮੈਂਟ ਨੇ ਇੱਕ ਅਵਾਰਡ ਦਿੱਤਾ, ਉਸ ਦੀ ਥੋੜੀ ਪੁੱਠ ਭੂਮਿਕਾ ਦੱਸੋ ਕੀ ਸੀ? ਹਾਂਜੀ ਵੀਰ ਜੀ, ਉੱਥੇ ਜਦੋਂ ਹਰ ਸਾਲ ਨਾ ਇੱਕ ਪੁਰਸਕਾਰ ਦਿੰਦੇ ਆ ਜਿਹੜੇ ਉੱਥੋਂ ਦੀ ਸਰਕਾਰ ਆ, ਜਿਹੜੇ ਲੋਕ ਧਾਰਮਿਕ, ਸਮਾਜਿਕ ਜਾਂ ਦੇਸ਼ ਲਈ ਕਿਸੇ ਵੀ ਤਰ੍ਹਾਂ ਦਾ ਕੁਝ ਕੰਮ ਕਰਦੇ ਆ, ਉਹਦੇ ਵਿੱਚ ਜਿੰਨੇ ਵੀ ਉੱਥੋਂ ਦੇ ਖਿਡਾਰੀ ਹੁੰਦੇ ਆ, ਬਾਰਸਾ ਟੀਮ ਜਿਹੜੀ ਟੀਮ ਹੈ ਫੁੱਟਬਾਲ ਦੀ ਬੜੀ ਮਸ਼ਹੂਰ ਆ, ਬਿਲਕੁਲ ਉਹਦੇ ਖਿਡਾਰੀ ਵੀ ਉਹਦੇ ਵਿੱਚ ਆਪਣੇ ਕੋਲੋਂ ਨੋਮੀਨੇਟ ਕਰਦੇ ਆ। ਫਿਰ ਉਸ ਤੋਂ ਇਲਾਵਾ ਜਿੰਨੇ ਉੱਥੋਂ ਦੇ ਐਕਟਰ ਡਾਇਰੈਕਟਰ ਸਾਰੇ ਕਰਦੇ ਆ। ਤੇ ਮੈਨੂੰ ਇਹ ਗੱਲ ਦੱਸੋ, ਜਦੋਂ ਤੁਹਾਨੂੰ ਅਵਾਰਡ ਦਿੱਤਾ ਗਿਆ, ਜਦੋਂ ਤੁਹਾਨੂੰ ਸਨਮਾਨ ਦਿੱਤਾ ਗਿਆ, ਉਦੋਂ ਕਿਸ ਤਰ੍ਹਾਂ ਦੀ ਤੁਹਾਡੇ ਅੰਦਰ ਫੀਲਿੰਗ ਸੀਗੀ? ਕਿਉਂਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਨਮਾਨ, ਇੱਕ ਸਟੇਟ ਅਵਾਰਡ ਤੁਹਾਨੂੰ ਮਿਲ ਰਿਹਾ, ਉਹ ਵੀ ਪੰਜਾਬ ਦੇ ਵਿੱਚੋਂ ਜਾ ਕੇ ਧਰਮ ਦੇ ਪ੍ਰਚਾਰ ਲਈ ਆ, ਸਮਾਜ ਦੇ ਕੰਮ ਕਰਨ ਦੇ ਲਈ। ਜਦੋਂ ਕੋਈ ਵੀ ਇੰਟਰਵਿਊ ਦਿੱਤੀ ਜਾਂਦੀ ਹੈ, ਸ਼ੂਟ ਕਰਨ ਤੋਂ ਪਹਿਲਾਂ ਪੱਤਰਕਾਰ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਉਸ ਨੂੰ ਥੋੜਾ ਜਿਹਾ ਸਿਚੁਏਸ਼ਨ ਬਾਰੇ ਤੇ ਆਪਣੇ ਬਾਰੇ ਦੱਸਿਆ ਜਾਂਦਾ ਵਾ। ਤੇ ਇੱਥੇ ਵੀ ਗਗਨਦੀਪ ਨੇ ਗਲਤ ਗੱਲ ਦੱਸਿਆ ਰਿਪੋਰਟਰ ਭਾਜੀ ਨੂੰ। ਇਹ ਕੋਈ ਸਟੇਟ ਅਵਾਰਡ ਨਹੀਂ ਹੈ ਸਰਕਾਰ ਵੱਲੋਂ। ਇਹ ਸਭ ਜੋ ਐਕਸਟਰਾ ਗੱਲਾਂ ਸ਼ਾਮਿਲ ਕੀਤੀਆਂ ਨੇ, ਇਹ ਇਸ ਲਈ ਹੈ ਕਿ ਸਾਰੀ ਗੱਲ ਸੁਣਨ ਨੂੰ ਬਹੁਤ ਵੱਡੀ ਲੱਗੇ, ਵੱਡੇ ਲੈਵਲ ਤੇ ਪਬਲਿਸਿਟੀ ਹੋਵੇ। ਤੇ ਮੈਂ ਇੱਕ ਵਾਰੀ ਫਿਰ ਦੱਸ ਦੇਵਾਂ, ਅਵਾਰਡ ਸਾਰੀ ਕਤਲੂਨੀਆ ਵਿੱਚ ਰਹਿੰਦੀ ਸਿੱਖ ਕਮਿਊਨਿਟੀ ਦਾ ਵਾ। ਸੋ ਇਸ ਕਰਕੇ ਆਪਣੇ ਆਪ ਨੂੰ ਪ੍ਰਾਈਵੇਟ ਕ੍ਰੈਡਿਟ ਦੇਣਾ ਗਲਤ ਗੱਲ ਹੈ। ਵਿੱਚ ਗਗਨਦੀਪ ਬਾਰਸਾ ਫੁੱਟਬਾਲ ਟੀਮ ਦਾ ਜ਼ਿਕਰ ਕਰ ਰਹੇ ਨੇ, ਇਹ ਹੋਰ ਹੀ ਝੂਠੀ ਵਾਵਾ ਦੇ ਮਗਰ ਪਏ ਨੇ। ਇਹਨਾਂ ਦਾ ਦਰਅਸਲ ਕਹਿਣ ਦਾ ਮਤਲਬ ਇਹ ਹੈ ਕਿ ਇੰਨੇ ਵੱਡੇ ਵੱਡੇ ਖਿਡਾਰੀਆਂ ਵਿੱਚੋਂ ਅਵਾਰਡ ਇਹਨਾਂ ਨੂੰ ਮਿਲਿਆ ਸੀ। ਦੱਸੋ, ਪਹਿਲੀ ਗੱਲ ਤੇ ਗਲਤ ਇਨਫੋਰਮੇਸ਼ਨ ਦੇ ਰਹੇ ਹੋ। ਕੋਈ ਖਿਡਾਰੀ ਨਹੀਂ, ਕੋਈ ਐਕਟਰ ਨਹੀਂ, ਉਹਨਾਂ ਦੇ ਤਾਂ ਅਵਾਰਡ ਹੀ ਵੱਖਰੇ ਹੁੰਦੇ ਨੇ, ਉਹਨਾਂ ਦੇ ਅਵਾਰਡ ਹੀ ਕੁਝ ਹੋਰ ਹੁੰਦੇ ਨੇ। ਇੱਥੇ ਫਿਰ ਗੱਲ ਨੂੰ ਗਲਤ ਪੇਸ਼ ਕਰਕੇ ਆਪਣੀ ਪਬਲਿਸਿਟੀ ਕੀਤੀ ਜਾ ਰਹੀ ਹੈ। ਸਾਰੇ ਕਾਰਨ, ਸਾਰਾ ਸਿਸਟਮ ਗਲਤ ਦੱਸ ਰਹੇ ਨੇ। ਇੱਕ ਡਿਪਾਰਟਮੈਂਟ ਵੱਲੋਂ ਕਤਲਾਨ ਭਾਸ਼ਾ ਕਰਕੇ, ਕਤਲੂਨੀਆ ਦੇ ਨਾਲ ਕੋਆਪਰੇਸ਼ਨ ਕਰਕੇ ਸਿੱਖ ਕੌਮ ਨੂੰ ਦਿੱਤਾ ਗਿਆ ਅਵਾਰਡ ਹੈ, ਤੇ ਵਿੱਚ ਤੁਸੀਂ ਸਰਕਾਰ, ਸਟੇਟ, ਬਾਰਸਾ, ਐਕਟਰ, ਡਾਇਰੈਕਟਰ ਵਰਗੇ ਸ਼ਬਦ ਸ਼ਾਮਲ ਕਰਕੇ ਇੱਕ ਫੇਕ ਸੀਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਜੋ ਸੁਣਨ ਵਾਲੇ ਤੇ ਬਹੁਤ ਜ਼ਿਆਦਾ ਪ੍ਰਭਾਵ ਪਵੇ ਤੁਹਾਡਾ, ਤਾਂ ਜੋ ਤੁਹਾਡੀ ਵੱਡੀ ਪਬਲਿਸਿਟੀ ਹੋਵੇ। ਸਭ ਟੋਟਲੀ ਗਲਤ ਤੁਸੀਂ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਹੇ ਹੋ, ਗਲਤ ਗੱਲ ਕਰ ਰਹੇ ਹੋ। ਹੁਣ ਜ਼ਰਾ ਇਹਨਾਂ ਦੀ ਅਗਲੀ ਵੀਡੀਓ ਦੇਖਿਓ ਜੀ। ਸੋ ਇਸ ਚੀਜ਼ ਕਰਕੇ ਉਹਨਾਂ ਨੇ ਜਦੋਂ ਉੱਥੇ ਹਰ ਦੇਸ਼ ਵਿੱਚ ਜਿੱਦਾਂ ਰਾਸ਼ਟਰੀ ਪੁਰਸਕਾਰ ਹੁੰਦੇ ਆ, ਹਰ ਖੇਤਰ ਵਿੱਚੋਂ, ਚਾਹੇ ਕੋਈ ਖਿਡਾਰੀ ਹੋਣ, ਚਾਹੇ ਲਿਖਾਰੀ ਹੋਣ, ਚਾਹੇ ਸਾਹਿਤ ਨਾਲ ਜੁੜੇ ਆ, ਕਿਸੇ ਹਰ ਤਰ੍ਹਾਂ ਦੇ ਖੇਤਰ ਵਿੱਚੋਂ, ਉਹ ਆਪੋ ਆਪਣੇ ਉੱਥੇ ਕਾਗਜ਼ ਨਾਮਜ਼ਦ ਕਰਦੇ ਆ। ਮੇਰੀ ਇੱਕ ਦੋਸਤ ਸੀਗੀ, ਉਹਨੇ ਮੇਰਾ ਸਾਰਾ ਜਦੋਂ ਪਹਿਲੇ ਦਿਨ ਤੋਂ ਲੈ ਕੇ ਜੋ ਕੰਮ ਕੀਤਾ, ਉਹਨੇ ਸਾਰੀ ਆਪੇ ਹੀ ਫਾਈਲ ਬਣਾ ਕੇ ਮੈਨੂੰ ਪੁੱਛਣ ਤੋਂ ਬਿਨਾਂ ਮੇਰੀ ਫਾਈਲ ਲਾ ਦਿੱਤੀ ਸੀਗੀ। ਅਤੇ ਮੈਨੂੰ ਉਦੋਂ ਪਤਾ ਲੱਗਾ ਜਦੋਂ ਆਪਾਂ ਚੁਣੇ ਗਏ ਸੀ, ਮੈਨੂੰ ਉਹਨਾਂ ਦੇ ਸਰਕਾਰ ਦੇ ਜਿਹੜੇ ਦਫ਼ਤਰ, ਉਹਦੇ ਵਿੱਚੋਂ ਫੋਨ ਆਇਆ ਕਿ ਗਗਨਦੀਪ ਸਿੰਘ, ਤੁਹਾਨੂੰ ਬਹੁਤ ਵਧਾਈ ਹੋਵੇ, ਤੁਸੀਂ ਪੁਰਸਕਾਰ ਲਈ ਚੁਣੇ ਗਏ, ਰਾਸ਼ਟਰੀ ਪੁਰਸਕਾਰ। ਗਗਨਦੀਪ ਨਹੀਂ ਚੁਣਿਆ ਗਿਆ, ਕਤਲੂਨੀਆ ਦੀ ਸਿੱਖ ਕਮਿਊਨਿਟੀ ਚੁਣੀ ਗਈ ਸੀ। ਆਪਾਂ ਸਾਰੇ 20,000 ਸਿੱਖਾਂ ਨੂੰ ਇਕੱਠਿਆਂ ਨੂੰ ਦਿੱਤਾ ਵਾ, ਇਸ ਲਈ ਆਪਾਂ ਹਾਸਲ ਕਰ ਪਾਏ ਹਾਂ। ਕਿਉਂਕਿ ਜੇਕਰ ਇਕੱਲੇ ਇਨਸਾਨ ਨੇ ਲੈਣਾ ਹੋਵੇ ਅਵਾਰਡ, ਤਾਂ ਉਹ ਦੂਸਰੀ ਕੈਟਾਗਰੀ ਵਿੱਚ ਜਾਂਦਾ ਵਾ, ਤੇ ਉੱਥੇ ਜਾਣ ਦੇ ਵੀ ਕੁਝ ਰਿਕੁਆਇਰਮੈਂਟਸ ਹੁੰਦੇ ਨੇ, ਜਿਸ ਤਰ੍ਹਾਂ ਪੜ੍ਹਾਈ ਲਿਖਾਈ, ਨੌਲੇਜ, ਐਵੇਂ ਗੱਲਾਂ ਨਾਲ ਨਹੀਂ। ਰਾਸ਼ਟਰੀ ਪੁਰਸਕਾਰ, ਸਟੇਟ ਅਵਾਰਡ, ਬੰਦਾ ਝੂਠ ਬੋਲਦਾ ਇੰਨਾ ਵੀ ਭਾਵਕ ਨਾ ਹੋ ਜਾਵੇ ਕਿ ਉਹਨੂੰ ਪਤਾ ਹੀ ਨਾ ਲੱਗੇ ਉਹ ਕਿੱਥੇ ਪਹੁੰਚ ਗਿਆ ਵਾ। ਵੈਸੇ ਤਾਂ ਝੂਠ ਬੋਲਣਾ ਹੀ ਗਲਤ ਗੱਲ ਹੈ। ਕਿੱਥੇ ਚੱਲ ਜਾਓਗੇ? ਵੱਡੇ ਵੱਡੇ ਝੂਠੇ ਲਫ਼ਜ਼ਾਂ ਦਾ ਜਾਲ ਵਿਛਾ ਕੇ ਆਪਣੇ ਆਪ ਦੀ ਜ਼ਬਰਦਸਤ ਪਬਲਿਸਿਟੀ ਕਰ ਰਹੇ ਹੋ। ਜੋ ਮਰਜ਼ੀ ਕਰੋ, ਪਰ ਧਰਮ ਨੂੰ ਬਖਸ਼ ਦੇਵੋ, ਗੁਰੂ ਦੀ ਸੰਗਤ ਦੀ ਇਮਾਰਤ ਨੂੰ ਬਖਸ਼ ਦੇਵੋ। ਤੇ ਇਸੇ ਹੀ ਲੜੀ ਦੇ ਅੰਤਰਗਤ ਅੱਜ ਸਾਡੇ ਨਾਲ ਮੌਜੂਦ ਨੇ ਭਾਈ ਗਗਨਦੀਪ ਸਿੰਘ ਜੀ ਖਾਲਸਾ, ਜਿਹੜੇ ਅੱਜ ਕੱਲ੍ਹ ਸਪੇਨ ਦੇ ਵਿੱਚ ਕਤਲੂਨੀਆ ਸਟੇਟ ਦੇ ਵਿੱਚ ਰਹਿ ਰਹੇ ਨੇ ਤੇ ਆਲਮੀ ਪੱਧਰ ਤੇ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਨੇ। ਇਹਨਾਂ ਦੀ ਇੱਕ ਕਿਤਾਬ 5 ਦਰਿਆਵਾਂ ਵਾਲੀ ਕਤਲੂਨੀਆ ਵਿੱਚ ਉਸ ਕਿਤਾਬ ਦਾ ਸਿਰਲੇਖ ਹੈ, ਤੇ ਇਸ ਕਿਤਾਬ ਦੇ ਲਈ ਇਹਨਾਂ ਨੂੰ ਸਪੇਨ ਦੇ ਵਿੱਚ ਰਾਸ਼ਟਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਅੱਜ ਸਾਡੇ ਨਾਲ ਮੌਜੂਦ ਨੇ ਭਾਈ ਗਗਨਦੀਪ ਸਿੰਘ। ਕਦੀ ਗਗਨਦੀਪ ਪੱਤਰਕਾਰਾਂ ਨੂੰ ਅਤੇ ਟੀਵੀ ਵਿੱਚ ਕੋਈ ਕਾਰਨ ਦੱਸਦੇ ਨੇ ਤੇ ਕਦੀ ਕੋਈ। ਪਹਿਲੀ ਗੱਲ ਹੀ ਇਹ ਹੈ ਕਿ ਅਵਾਰਡ ਸਿੱਖ ਕਮਿਊਨਿਟੀ ਦਾ ਵਾ, ਤੇ ਇਹਦੇ ਵਿੱਚ ਇਸ ਕਿਤਾਬ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਇਸ ਕਿਤਾਬ ਦਾ ਆਫੀਸ਼ੀਅਲੀ ਕਿਤੇ ਵੀ ਜ਼ਿਕਰ ਨਹੀਂ ਹੈਗਾ।
ਉਸ ਡਿਪਾਰਟਮੈਂਟ ਵਿੱਚ ਵੀ ਇਹ ਗੱਲ ਸਾਫ਼ ਕੀਤੀ ਜਾਂਦੀ ਹੈ, ਇਹ ਗੱਲ ਸਾਫ਼ ਦੱਸੀ ਜਾਂਦੀ ਹੈ ਕਿ ਅਵਾਰਡ ਸਿੱਖ ਕੌਮ ਦਾ ਵਾ। ਤੇ ਜਿਹੜੇ ਕਾਰਨ ਨੇ ਉਹ ਮੈਂ ਤੁਹਾਨੂੰ ਪਹਿਲੇ ਦੱਸ ਚੁੱਕਾ ਵਾਂ। ਇਹ ਕਹਿ ਕੇ ਕਿ ਸਰਕਾਰ ਨੇ ਕਿਤਾਬ ਕਰਕੇ ਅਵਾਰਡ ਦਿੱਤਾ ਵਾ, ਇੱਕ ਵਾਰੀ ਫਿਰ ਆਪਣੀ ਫੇਕ ਪਬਲਿਸਿਟੀ ਕਰਨ ਵਾਲਾ ਹਿਸਾਬ ਹੈ। ਨਾ ਗਗਨਦੀਪ ਦਾ ਕੋਈ ਲੈਣਾ ਦੇਣਾ ਵਾ ਤੇ ਨਾ ਹੀ ਇਸ ਕਿਤਾਬ ਦਾ। ਟੋਟਲੀ ਸਾਰੀ ਇਨਫੋਰਮੇਸ਼ਨ ਹੀ ਗਲਤ ਦਿੱਤੀ ਗਈ ਹੈ ਸੁਰੱਖਿਆ ਚਾਉਣ ਵਾਸਤੇ। ਬਾਰ-ਬਾਰ ਰਾਸ਼ਟਰੀ ਸਟੇਟ ਪ੍ਰੈਜ਼ੀਡੈਂਟ ਕਰੀ ਜਾਂਦੇ ਨੇ ਇੰਪ੍ਰੈਸ਼ਨ ਵਧਾਉਣ ਵਾਸਤੇ। ਇੱਕ ਡਿਪਾਰਟਮੈਂਟ ਵੱਲੋਂ ਮਿਲਿਆ ਅਵਾਰਡ ਹੈ ਸਿੱਖ ਕਮਿਊਨਿਟੀ ਦਾ ਕੋਲੈਕਟਿਵਲੀ। ਹੁਣ ਇਹ ਗੱਲ ਲੰਬੀ ਹੋ ਸਕਦੀ ਹੈ ਜੇ ਮੈਂ ਤੁਹਾਨੂੰ ਹੁਣ ਦੱਸਾਂ ਕਿ ਰਾਸ਼ਟਰੀ ਅਵਾਰਡ ਅਸਲ ਵਿੱਚ ਮਿਲਦਾ ਕਿਹਨੂੰ ਹੈ। ਇਹਨਾਂ ਨੇ ਖੇਡ ਸਮਝਿਆ ਹੋਇਆ ਮੀਡੀਆ ਵਿੱਚ ਜਾ ਕੇ ਝੂਠ ਬੋਲਣਾ। ਮਸ਼ਹੂਰ ਐਦਾਂ ਨਹੀਂ ਹੋਇਆ ਜਾਂਦਾ। ਵਿਦੇਸ਼ੀ ਧਰਤੀ ਸਪੇਨ ਤੇ ਰਹਿੰਦੇ ਸਾਬਤ ਸੂਰਤ ਸਿੱਖ ਨੌਜਵਾਨ ਗਗਨਦੀਪ ਸਿੰਘ ਨੇ ਕਤਲੂਨੀਆ ਦਾ ਰਾਸ਼ਟਰੀ ਅਵਾਰਡ ਹਾਸਲ ਕਰਕੇ ਪੂਰੀ ਦੁਨੀਆ ਦੇ ਵਿੱਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਗਗਨਦੀਪ ਸਿੰਘ ਅੱਜ ਖਾਸ ਤੌਰ ਤੇ ਆਪਣੇ ਸਭ ਕੋਲ ਪਹੁੰਚੇ ਨੇ। ਆਪਾਂ ਸਭ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ABP ਸਾਂਝਾ ਦੇ ਜ਼ਰੀਏ। ਗਗਨਦੀਪ ਜੀ ਬਹੁਤ-ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਆਪ ਜੀ। ਜਿਸ ਤਰ੍ਹਾਂ ਦਰਸ਼ਕ ਨੇ ਜਿਹੜੇ ਪੁੱਛਣਾ ਚਾਹੁੰਦੇ ਨੇ ਕਿ ਉਹਨਾਂ ਨੂੰ ਬਹੁਤ ਮਾਣ ਹੈ, ਸਿੱਖ ਭਾਈਚਾਰੇ ਨੂੰ ਬਹੁਤ ਮਾਣ ਹੈ ਤੁਹਾਡੀ ਇਸ ਪ੍ਰਾਪਤੀ ਤੇ। ਬਿਲਕੁਲ ਅਸੀਂ ਦੱਸਣਾ ਚਾਹਾਂਗੇ ਸਾਰੇ ਦਰਸ਼ਕਾਂ ਨੂੰ ਕਿ ਇਹ ਕਿਤਾਬ ਹੈ 5 ਦਰਿਆਵਾਂ ਵਾਲੇ ਕਤਲੂਨੀਆ ਵਿੱਚ। ਇਹ ਗਗਨਦੀਪ ਸਿੰਘ ਖਾਲਸਾ ਇਹਨਾਂ ਨੇ ਲਿਖੀ ਹੈ। ਕਤਲਾਨ ਸਿੱਖਣ ਵਾਸਤੇ ਪੰਜਾਬੀ ਭਾਈਚਾਰੇ ਲਈ ਕਿਤਾਬ। ਉੱਥੇ ਜਿਹੜਾ ਪੰਜਾਬੀ ਭਾਈਚਾਰਾ ਵਸਦਾ ਹੈ ਉਹਨਾਂ ਦੇ ਲਈ ਗਗਨਦੀਪ ਸਿੰਘ ਨੇ ਕਿਤਾਬ ਲਿਖੀ ਹੈ। ਹਾਲਾਂਕਿ ਕਿਤਾਬ ਹਲੇ ਲਾਂਚ ਨਹੀਂ ਹੋਈ। ਹਾਂਜੀ, ਅਜੇ ਨਹੀਂ ਹੋਈ, ਅਗਲੇ ਮਹੀਨੇ ਹੋਣੀ ਆ। ਪਰ ਇਹ ਸੀਗਾ ਫਿਰ ਇਸ ਚੀਜ਼ ਕਰਕੇ ਉਹਨਾਂ ਨੇ ਜਦੋਂ ਇੱਥੇ ਪੁਰਸਕਾਰ ਹੁੰਦਾ ਵਾ ਉਹ ਸਾਰੀਆਂ ਚੀਜ਼ਾਂ ਕਰਕੇ ਕਿ ਇੱਕ ਬਾਹਰੋਂ ਕੋਈ ਇਨਸਾਨ ਆ ਕੇ ਕੱਲੀ ਉਹਨੇ ਭਾਸ਼ਾ ਸਿੱਖੀ ਨਹੀਂ, ਆਪਣੇ ਧਰਮ ਦਾ ਪ੍ਰਚਾਰ ਕੀਤਾ। ਇਸ ਤੋਂ ਤੱਕ ਇੱਕ ਕਿਤਾਬ ਲਿਖੀ ਕਿ ਜਿਹੜਾ ਦੂਸਰੇ ਉਹਨਾਂ ਦੇ ਹੈਗੇ ਆ ਭਾਈਚਾਰੇ ਦੇ ਲੋਕ ਉਹ ਵੀ ਸਿੱਖ ਸਕਣ। ਸੋ ਇਹਨਾਂ ਸਾਰੀ ਚੀਜ਼ਾਂ ਨੂੰ ਉਹਨਾਂ ਨੇ ਮੁੱਖ ਰੱਖਦੇ ਆ। ਉੱਥੇ ਜਿਹੜੀ ਅਰਜ਼ੀਆਂ ਸੀਗੇ 1000 ਤੋਂ ਵੱਧ ਸੀਗੀ ਜੀ। ਫਿਰ ਉਹਦੀ ਜਿਹੜੀ ਉਹਨਾਂ ਦੀ ਜੱਜਾਂ ਦੀ ਜਿਹੜੀ ਉਹਨਾਂ ਦੀ ਸਾਰੇ ਬੈਠਦੇ ਆ ਉਹ 10 ਹੁੰਦੇ ਆ ਮੈਂਬਰ ਜੀ। ਉਹਨਾਂ ਚੋਂ ਉਹਨਾਂ ਨੇ ਜਿਹੜੀ ਯੋਗਤਾ ਰੱਖਦੇ ਆ ਉਸ ਪੁਰਸਕਾਰ ਦੇ ਲਈ ਉਹਦੇ ਚੋਂ 370 ਸੀਗੇ ਜਿਹੜੇ ਚੁਣੇ। ਬਾਕੀ ਉਹ ਬਾਹਰ ਕੱਢਦੇ ਜਿਹੜੇ ਨਹੀਂ ਉਹਨਾਂ ਨੂੰ ਉਹਦੀ ਯੋਗਤਾ ਦੇ ਕਾਬਲੀਅਤ ਰੱਖਦੇ ਜੀ। 317 ਚੋਂ ਆਪਾਂ ਨੂੰ ਗੁਰੂ ਸਾਹਿਬ ਜੀ ਨੇ ਵਿੱਚ ਨਾਂ ਲਿਆਂਦਾ। ਔਰ ਫਿਰ 317 ਚੋਂ ਜੱਜਾਂ ਨੇ ਤਿੰਨ ਜਣੇ ਚੁਣੇ ਸੀਗੇ, ਜਿਹਦੇ ਵਿੱਚ ਬਾਬਾ ਜੀ ਦੀ ਕਿਰਪਾ ਨਾਲ ਇੱਕ ਮਰੇ ਨੇ ਮੈਨੂੰ ਮਾਣ ਬਖਸ਼ਿਆ ਸੀ। ਇੱਕ ਉੱਥੋਂ ਦੀ ਵੈਬਸਾਈਟ ਸੀਗੀ ਸੌਫਟ ਕਤਲਾਨ ਤੇ ਇੱਕ ਉੱਥੋਂ ਦਾ ਸਕੂਲ ਸੀ ਜੋ ਕਤਲਾਨ ਭਾਸ਼ਾ ਲਈ ਕੰਮ ਕਰਦਾ। 3 ਸੀਗੇ, ਉਹ ਵੀ ਕੰਮ ਕੀਤਾ ਜੀ। ਕੀ ਕੰਮ ਕੀਤਾ ਤੁਸੀਂ ਇਹ ਵੀ ਅਸੀਂ ਜ਼ਰੂਰ ਸੁਣਨਾ ਚਾਹਾਂਗੇ। ਹਾਂਜੀ ਭੈਣ ਜੀ, ਉਹਦੇ ਵਿੱਚ ਜਿੱਦਾਂ ਜ਼ਿਆਦਾ ਇਹੋ ਸੀਗਾ ਆਪਣੀ ਸਿੱਖ ਧਰਮ ਨੂੰ ਉਹਨਾਂ ਲੋਕਾਂ ਨੂੰ ਦਰਸ਼ਨਾ। ਸਿੱਖ ਧਰਮ ਹੈ ਕਿ ਫਿਰ ਉਹਨਾਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਆਉਣਾ ਜੀ। ਉਹਦੇ ਵਾਸਤੇ ਜੋ ਵੀ ਕਿਤਾਬ ਫਿਰ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜਿਹੜੀ ਕਿਤਾਬ ਮਰੇ ਨੇ ਲਿਖਾਈ। ਕਿਉਂਕਿ ਇੱਥੇ ਗਗਨਦੀਪ ਫਿਰ ਆਪਣੀ ਕਿਤਾਬ ਦਾ ਜ਼ਿਕਰ ਕਰ ਰਹੇ ਨੇ ਜਦ ਕਿ ਆਫੀਸ਼ੀਅਲ ਤੌਰ ਤੇ ਇਸ ਦਾ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ। ਹੁਣ ਕਹਿ ਰਹੇ ਨੇ ਕਿ ਧਰਮ ਦੇ ਪ੍ਰਚਾਰ ਕਰਕੇ ਮਿਲਿਆ ਹੋਇਆ ਅਵਾਰਡ। ਸਾਰੀ ਰੋਂਗ ਇਨਫੋਰਮੇਸ਼ਨ ਦੇ ਰਹੇ ਨੇ। ਟੋਟਲੀ ਕਿਹਨੂੰ ਮਿਲਿਆ ਤੇ ਕਿਸ ਕਾਰਨ ਮਿਲਿਆ ਇਹ ਸਭ ਕੁਝ ਦੱਸਿਆ ਗਿਆ ਵਾ। ਕਿਤਾਬ ਇਹ ਤੁਹਾਡੀ ਅਵਾਰਡ ਤੋਂ 3 ਮਹੀਨੇ ਬਾਅਦ ਆਈ ਹੋਵੇ। ਸਾਨੂੰ ਦੱਸੋ ਐਸਾ ਕਿਹੜਾ ਅਵਾਰਡ ਹੈ ਜਿਹੜਾ ਕਿਤਾਬ ਆਉਣ ਤੋਂ ਪਹਿਲਾਂ ਮਿਲ ਜਾਂਦਾ ਵਾ। Gagandip, amics tots, bon vespre a tothom. Estic molt content de ser avui aquí i ara pensava que fa molt de goig i estic molt content que el president del meu país dediqui una estona de la, segur, molt atapeïda agenda i en aquests temps que corren encara més del que ja deu ser habitual, a una presentació d'un llibre que no és una gran enciclopèdia, no serà una obra, un best-seller, no serà una obra de difusió massiva, ਡਿਪਾਰਟਮੈਂਟ ਦੇ ਡਾਇਰੈਕਟਰ ਸਾਹਿਬ ਕਹਿ ਰਹੇ ਨੇ ਖੁਦ ਕਿ ਉਹ ਸਾਰੇ ਜਾਣੇ ਇਕੱਠੇ ਹੋਏ ਨੇ ਕਿਤਾਬ ਦਾ ਉਦਘਾਟਨ ਕਰਨ ਵਾਸਤੇ। ਇੱਕ ਐਸੀ ਕਿਤਾਬ ਜਿਹੜੀ ਕੋਈ ਬਹੁਤ ਵੱਡੀ, ਬਹੁਤ ਮਹਾਨ ਨਹੀਂ ਹੈ, ਕੋਈ ਜ਼ਿਆਦਾ ਵਿਕਣ ਵਾਲੀ ਕਿਤਾਬ ਨਹੀਂ ਹੈ ਤੇ ਕੋਈ ਜ਼ਿਆਦਾ ਇੰਪੋਰਟੈਂਸ ਵਾਲੀ, ਜ਼ਿਆਦਾ ਦੂਰ ਜਾਣ ਵਾਲੀ ਕਿਤਾਬ ਨਹੀਂ ਹੈਗੀ। ਇਹ ਕਿਤਾਬ ਫੋਰ ਐਗਜ਼ਾਮਪਲ ਇੱਕ ਇਹੋ ਜਿਹੀ ਕਿਤਾਬ ਹੈ ਜਿੱਦਾਂ ਇੰਡੀਆ ਦੇ ਵਿੱਚ ਪੰਜਾਬੀ ਸਿੱਖਣ ਵਾਸਤੇ ਪੰਜਾਬੀ ਇੰਗਲਿਸ਼ ਮਿਕਸ ਊੜਾ ਐੜਾ ABC ਦਾ ਕਹਿਤਾ ਹੁੰਦਾ ਵਾ। ਮੇਰੀ ਰਿਪੋਰਟਰ ਭੈਣ ਨੂੰ, ABP ਸਾਂਝਾ ਦੀ ਰਿਪੋਰਟਰ ਭੈਣ ਨੂੰ ਕੌਣ ਦੱਸੇ ਕਿ ਕਤਲਾਨ ਕਹਿਤੇ ਨੂੰ ਰਾਸ਼ਟਰੀ ਅਵਾਰਡ ਕੌਣ ਦਿੰਦਾ ਵਾ। ਵੀਰ ਜੀ ਝੂਠ ਬੋਲਣ ਲੱਗੇ ਕੁਛ ਤਾਂ ਸੋਚ ਲਿਆ ਕਰੋ। ਬੁੱਕ ਤੇ ਕਹਿਤੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਵਾ। ਡਿਪਾਰਟਮੈਂਟ ਵੱਲੋਂ ਅਵਾਰਡ ਦਿੱਤਾ ਗਿਆ ਵਾ ਸਾਰੀ ਸਿੱਖ ਕਮਿਊਨਿਟੀ ਆਫ ਕਤਲੂਨੀਆ ਨੂੰ।
ਕਤਲੂਨੀਆ ਦੀ ਸਿੱਖ ਸੰਗਤ ਨੂੰ ਅਵਾਰਡ ਦਿੱਤਾ ਗਿਆ ਵੈ, ਇਸ ਲਈ ਨਹੀਂ ਕਿ ਤੁਸੀਂ ਆਪਣੀ ਪਬਲਿਸਿਟੀ ਕਰੋ ਮੀਡੀਆ ਵਿੱਚ ਜਾ ਕੇ ਝੂਠੀ। ਗੁਰੂ ਘਰ ਦੀ ਇਮਾਰਤ ਨੂੰ ਆਪਣੇ ਬੈਨੀਫਿਟ ਲਈ ਤੁਸੀਂ ਨਹੀਂ ਯੂਜ਼ ਕਰ ਸਕਦੇ। ਕਿਤਾਬ ਆਪਣੀ ਜਗ੍ਹਾ ਤੇ ਹੁੰਦੀ ਹੈ ਤੇ ਕਹਤਾ ਆਪਣੀ ਜਗ੍ਹਾ ਤੇ ਹੁੰਦਾ ਵਾ। ਮੇਰੀ ਇਹਨਾਂ ਟੀਵੀ ਚੈਨਲਾਂ ਵਾਲਿਆਂ ਨੂੰ ਬੇਨਤੀ ਹੈ ਕਿ ਸਭ ਕੁਝ ਦੇਖਣ ਤੋਂ ਬਾਅਦ ਫਿਰ ਕਿਸੇ ਦੀ ਇੰਟਰਵਿਊ ਲਿਆ ਕਰੋ। ਮੈਂ ਮੰਨਦਾ ਵਾਂ ਕਿ ਇਹਦੇ ਵਿੱਚ ਤੁਹਾਡੀ ਕੋਈ ਗਲਤੀ ਨਹੀਂ ਹੈਗੀ। ਤੁਸੀਂ ਯਕੀਨ ਕਰ ਲਿਆ ਕਿ ਉਹ ਇਨਸਾਨ ਬਾਹਰੋਂ ਆਇਆ ਵੈ, ਉਹਨੇ ਜੋ ਵੀ ਕਿਹਾ ਤੁਸੀਂ ਉਹਦੀ ਗੱਲ ਤੇ ਯਕੀਨ ਕਰ ਲਿਆ ਵੈ, ਪਰ ਇਹਦਾ ਮਤਲਬ ਕਿ ਚਾਹੇ ਝੂਠ ਬੋਲੀ ਜਾਵੇ ਉਹਦੀ ਫਿਰ ਵੀ ਮਤਲਬ ਗੱਲ ਨੂੰ ਜਿਹੜੀ ਆ ਮੀਡੀਆ ਦੇ ਵਿੱਚ ਫੈਲਾਣੀ। ਮੇਰੀ ਬੇਨਤੀ ਹੈ, ਇੰਨੇ ਵੱਡੇ ਵੱਡੇ ਕੁਆਲੀਫਾਈਡ ਚੈਨਲ ਹੋ ਤੁਸੀਂ ਤੇ ਕੁਆਲੀਫਾਈਡ ਬੰਦਿਆਂ ਦੀ ਹੀ ਇੰਟਰਵਿਊ ਲਿਆ ਕਰੋ। ਤੇ ਬਾਕੀ ਹੁਣ ਕਦੇ ਆਪਣੇ ਗਗਨਦੀਪ ਟੀਵੀ ਉੱਪਰ ਇਹ ਵੀ ਕਹਿ ਦਿੰਦੇ ਨੇ ਕਿ ਅਵਾਰਡ ਇਹਨਾਂ ਨੇ ਸਿੱਖ ਕਮਿਊਨਿਟੀ ਦੇ ਨਾਮ ਕਰਵਾਇਆ ਸੀ, ਇਹ ਵੀ ਗੱਲ ਗਲਤ ਹੈ। ਇਹ ਇੱਕ ਵਾਰੀ ਫਿਰ ਉਹੀ ਪਬਲਿਸਿਟੀ ਕਰਨ ਵਾਸਤੇ, ਮਸ਼ਹੂਰ ਹੋਣ ਵਾਸਤੇ ਇਮੋਸ਼ਨਲ ਆਰਗੂਮੈਂਟ ਦਾ ਇਸਤੇਮਾਲ ਕੀਤਾ ਵਾ ਇਹਨਾਂ ਨੇ। ਇਹ ਗੱਲ ਤਾਂ ਕਹੀ ਸੀ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਸੱਚ ਨੂੰ ਕੋਈ ਮਿਟਾ ਨਹੀਂ ਸਕਦਾ, ਸੱਚ ਓਫੀਸ਼ੀਅਲੀ ਦਰਜ ਹੈ। ਤੇ ਇਨ ਕੇਸ ਜੇਕਰ ਫਿਊਚਰ ਦੇ ਵਿੱਚ ਕੋਈ ਪੁੱਛੇ ਕਿ ਸਿੱਖ ਕਮਿਊਨਿਟੀ ਦਾ ਨਾਮ ਅਵਾਰਡ ਕਿਉਂ ਹੈ, ਤਾਂ ਫਿਰ ਇਹ ਬੜੇ ਸੌਖੇ ਤਰੀਕੇ ਨਾਲ ਕਹਿ ਸਕਣ ਕਿ ਅਵਾਰਡ ਮੈਂ ਕਰਵਾਇਆ ਸੀ ਤਾਂ ਸਿੱਖਾਂ ਦਾ ਨਾਮ ਲਿਖਿਆ ਹੋਇਆ ਵਾ। ਐਦਾਂ ਨਹੀਂ ਹੁੰਦਾ ਹੈਗਾ, ਸਭ ਗਲਤ ਗੱਲ ਆ। ਦਾਸ ਦੀ ਡਿਪਾਰਟਮੈਂਟ ਦੇ ਨਾਲ ਤੇ ਆਫੀਸਰਸ ਦੇ ਨਾਲ ਗੱਲਬਾਤ ਹੋ ਚੁੱਕੀ ਹੈ। ਇਸ ਝੂਠੀ ਗੱਲ ਦਾ ਕਿਤੇ ਵੀ ਜ਼ਿਕਰ ਨਹੀਂ ਹੈ ਕਿਸੇ ਵੀ ਅਖਬਾਰ ਵਿੱਚ, ਕਿਸੇ ਵੀ ਸਰਕਾਰੀ ਫਾਈਲ ਵਿੱਚ। ਆਫੀਸ਼ੀਅਲ ਤੌਰ ਤੇ ਹੇਰਾਫੇਰੀ ਨਹੀਂ ਹੋ ਸਕਦੀ, ਮੇਰੀ ਗੱਲ ਨੋਟ ਕਰਿਓ। ਆਫੀਸ਼ੀਅਲ ਤੌਰ ਤੇ ਹੇਰਾਫੇਰੀ ਨਹੀਂ ਹੋ ਸਕਦੀ, ਇਹ ਸਿਰਫ ਗੱਲਾਂ ਦੇ ਨਾਲ ਹੀ ਹੇਰਾਫੇਰੀ ਕਰ ਸਕਦੇ ਨੇ ਸੰਗਤ ਦੇ ਵਿੱਚ। ਸੋ ਇਹ ਸਭ ਇੱਕ ਇਮੋਸ਼ਨਲ ਡਰਾਮਾ ਹੈ ਤਾਂ ਜੋ ਹੋਰ ਇਹਨਾਂ ਦੀ ਪ੍ਰਸ਼ੰਸਾ ਹੋਵੇ, ਤਾਂ ਜੋ ਹੋਰ ਲੋਕੀ ਵਾਹ ਕਰਨ ਇਹਨਾਂ ਦੀ। ਇਸ ਫੋਟੋ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਿੱਖਾਂ ਦੇ ਵੱਲੋਂ, ਸਿੱਖ ਕਮਿਊਨਿਟੀ ਦੇ ਵੱਲੋਂ ਉਸ ਵੇਲੇ ਗਗਨਦੀਪ ਅਵਾਰਡ ਲੈਣ ਗਿਆ ਸੀ। ਪਿਛਲੇ ਪਾਸੇ ਵੱਡਾ ਕਰਕੇ ਲਿਖਿਆ ਵੀ ਹੋਇਆ ਵਾ ਕਮਿਊਨਿਟਾਤ ਸਿੱਖ ਦਾ ਕਤਲੂਨੀਆ, ਸਿੱਖ ਕਮਿਊਨਿਟੀ ਆਫ ਕਤਲੂਨੀਆ ਵੱਡਾ ਕਰਕੇ ਸਕਰੀਨ ਦੇ ਉੱਤੇ ਡਿਸਪਲੇ ਵੀ ਕੀਤਾ ਹੋਇਆ ਵਾ। ਪਰ ਫਿਰ ਵੀ ਮੈਨੂੰ ਸੱਚੀ ਦੇ ਵਿੱਚ ਸਮਝ ਨਹੀਂ ਆਉਂਦੀ ਕਿ ਸਭ ਚੱਲ ਕੀ ਰਿਹਾ ਵਾ, ਇਹ ਸਭ ਕੁਝ ਹੋਇਆ ਕਿਵੇਂ ਹੈ। ਆਪਣੀ ਕਤਲੂਨੀਆ ਦੀ ਸਿੱਖ ਕਮਿਊਨਿਟੀ ਦੇ ਵਿੱਚ ਬਦਕਿਸਮਤੀ ਦੇ ਨਾਲ ਆਪਣੇ ਬਹੁਤ ਸਾਰੇ ਵੀਰਾਂ ਭੈਣਾਂ ਨੂੰ ਬੋਲੀ ਨਹੀਂ ਆਉਂਦੀ, ਕੰਮਾਂ ਕਾਰਾਂ ਤੇ ਬਿਜ਼ੀ ਰਹਿੰਦੇ ਨੇ, ਸਕੂਲਾਂ ਤੇ ਬਿਜ਼ੀ ਰਹਿੰਦੇ ਨੇ, ਤੇ ਇਸ ਲਈ ਸਮਝ ਨਹੀਂ ਲੱਗਦੀ ਕਿ ਆਲੇ ਦੁਆਲੇ ਕੀ ਹੋਣ ਡਿਆ ਵਾ। ਅਵਾਰਡ ਲੈਣ ਤੋਂ ਬਾਅਦ ਗਗਨਦੀਪ ਇਮੀਡੀਏਟਲੀ ਇੰਡੀਆ ਜਾ ਕੇ ਤੇ ਟੀਵੀ ਉੱਪਰ ਗਲਤ ਇਨਫੋਰਮੇਸ਼ਨ ਦੇ ਰਹੇ ਨੇ। ਇਮੀਡੀਏਟਲੀ ਅਵਾਰਡ ਲੈਣ ਤੋਂ ਬਾਅਦ ਫਟਾਫਟ ਇਸ ਗੱਲ ਦਾ ਫਾਇਦਾ ਉਠਾ ਕੇ ਕਿ ਅਵਾਰਡ, ਇਸ ਫੋਟੋ ਦਾ ਫਾਇਦਾ ਉਠਾ ਕੇ ਅਵਾਰਡ ਦੇ ਵਿੱਚ ਇਹ ਦਿਖ ਰਿਹਾ ਵਾ ਕਿ ਫੋਟੋ ਦੇ ਵਿੱਚ ਇਹ ਦਿਖ ਰਿਹਾ ਵਾ ਕਿ ਅਵਾਰਡ ਨੂੰ ਇਹ ਫੜ ਰਹੇ ਨੇ, ਇਸ ਫੋਟੋ ਦਾ ਇਸਤੇਮਾਲ ਕਰਕੇ ਤੇ ਫਟਾਫਟ ਇੰਡੀਆ ਜਾ ਕੇ ਤੇ ਆਪਣੀ ਪਬਲਿਸਿਟੀ, ਆਪਣਾ ਮਸ਼ਹੂਰ ਹੋ ਰਹੇ ਨੇ ਝੂਠ ਦੇ ਨਾਮ ਦੇ ਉੱਤੇ, ਗਲਤ ਗੱਲ ਦੇ ਨਾਮ ਦੇ ਉੱਤੇ। ਇਹ ਕਹਿੰਦੇ ਨੇ ਕਿ ਇਹਨਾਂ ਨੇ 10 ਸਾਲ ਸੇਵਾ ਕੀਤੀ ਹੈ ਤੇ ਪਹਿਲੇ 7 ਸਾਲ ਕਿਸੇ ਨੇ ਕੋਈ ਬਾਤ ਨਹੀਂ ਪੁੱਛੀ। ਕੀ ਗੱਲ, ਪਹਿਲੇ 7 ਸਾਲ ਕੋਈ ਐਸਾ ਕੰਮ ਨਹੀਂ ਕੀਤਾ ਜਿਹਦੇ ਕਰਕੇ ਤੁਹਾਨੂੰ ਟੀਵੀ ਦੇ ਉੱਤੇ ਇੰਟਰਵਿਊ ਦੇਣੀ ਪਵੇ? ਪਰ ਫਿਰ ਸਿੱਖ ਕੌਮ ਦੇ ਅਵਾਰਡ, ਸਿੱਖ ਕੌਮ ਦਾ ਅਵਾਰਡ ਲੈ ਕੇ ਆਪਣੀ ਪਬਲਿਸਿਟੀ ਟੀਵੀ ਉੱਪਰ ਚਾਲੂ ਕਰਤੀ। ਤੁਸੀਂ ਅਵਾਰਡ ਦਾ ਇੰਤਜ਼ਾਰ ਕਰ ਰਹੇ ਸੀ, ਉਹ ਵੀ ਜਿਹੜਾ ਤੁਹਾਡਾ ਨਹੀਂ ਹੈ। ਉੱਤੋਂ ਅਵਾਰਡ ਦੇ ਨਾਲ ਰਾਸ਼ਟਰੀ ਪ੍ਰੈਜ਼ੀਡੈਂਟ ਵਰਗੇ ਅੱਖਰ ਅਟੈਚ ਕਰਕੇ ਤੇ ਤੁਸੀਂ ਪਬਲਿਸਿਟੀ ਦੇ ਵਿੱਚ ਤੇ ਪੂਰਾ ਸੋਲਿਡ ਸਟਰਕਚਰ ਬਣਾ ਰਹੇ ਹੋ। ਆ ਤੁਸੀਂ ਖੁਦ ਦੇਖ ਸਕਦੇ ਹੋ, ਦਾਸ ਦੀ ਉਸ ਅਵਾਰਡ ਵਾਲੇ ਡਿਪਾਰਟਮੈਂਟ ਦੇ ਨਾਲ ਕਾਫੀ ਵਾਰੀ ਗੱਲਬਾਤ ਹੋਈ ਹੈ, ਮੇਲ ਦੇ ਰਾਹੀਂ ਤੇ ਟੈਲੀਫੋਨ ਦੇ ਰਾਹੀਂ। ਉਹ ਵੀ ਬਹੁਤ ਹੈਰਾਨ ਨੇ ਸਭ ਕੁਝ ਦੇਖ ਕੇ, ਸਰਪ੍ਰਾਈਜ਼ਡ ਨੇ ਬਹੁਤ ਜ਼ਿਆਦਾ ਕਿ ਇਹ ਸਭ ਹੋ ਕੀ ਰਿਹਾ ਵਾ। ਉਹਨਾਂ ਨੇ ਵੀ ਮੈਨੂੰ ਇੱਕ ਹੀ ਗੱਲ ਕਹੀ ਹੈ ਕਿ ਸਿੱਖਾਂ ਦੀ ਕਮਿਊਨਿਟੀ ਕੋਈ ਛੋਟੀ ਮੋਟੀ ਕਮਿਊਨਿਟੀ ਨਹੀਂ ਹੈਗੀ। ਸੋ ਇਸ ਕਰਕੇ ਜੇ ਕਿਸੇ ਵੀ ਪ੍ਰਕਾਰ ਦਾ ਸੱਚ ਜਾਣਨਾ ਹੈ, ਜੇ ਕਿਸੇ ਵੀ ਪ੍ਰਕਾਰ ਦੀ ਆਫੀਸ਼ੀਅਲ ਇਨਫੋਰਮੇਸ਼ਨ ਚਾਹੀਦੀ ਹੈ ਅਵਾਰਡ ਦੇ ਨਾਲ ਰਿਲੇਟਡ, ਤੇ ਗੂਗਲ ਉੱਪਰ ਕੰਸਲਟ ਕਰ ਸਕਦੇ ਹਾਂ ਉਹਨਾਂ ਦੀ ਵੈਬਸਾਈਟ ਨੂੰ। ਉਹਨਾਂ ਨੇ ਮੈਨੂੰ ਇਹ ਪਰਸਨਲੀ ਲਿੰਕ ਭੇਜਿਆ ਹੋਇਆ ਜਿਹਦੇ ਵਿੱਚ ਸਾਰੀ ਗੱਲ ਸਾਫ਼ ਲਿਖੀ ਹੋਈ ਹੈ ਕਿ ਅਵਾਰਡ ਵਿਜੇਤਾ ਕਤਲੂਨੀਆ ਦੀ ਸਿੱਖ ਸੰਗਤ ਹੈ। ਇਹ ਖੁਦ ਡਾਇਰੈਕਟਰ ਸਾਹਿਬ ਕਹਿ ਰਹੇ ਨੇ ਕਿ ਅਵਾਰਡ ਦੇਣ ਸਮੇਂ ਕਹਿ ਰਹੇ ਨੇ ਕਿ ਇਹ ਸਿੱਖ ਕਮਿਊਨਿਟੀ ਆਫ ਕਤਲੂਨੀਆ ਦਾ ਹੈ। ਤੁਸੀਂ ਖੁਦ ਇਹ ਵੀਡੀਓ ਦੇਖ ਲਓ। Tinc el goig d'anunciar-vos que els participants de la votació popular han decidit atorgar el 4è Premi Martí Gasull i Roig a la comunitat sikh de Catalunya.
ਜਿੱਦਾਂ ਮੈਂ ਪਹਿਲੇ ਵੀ ਦੱਸਿਆ ਸੀ, ਡਿਪਾਰਟਮੈਂਟ ਵੱਲੋਂ ਅਵਾਰਡ ਜਿੱਤਣ ਦਾ ਮੇਨ ਸਿਰਫ ਇੱਕ ਹੀ ਕਾਰਨ ਦੱਸਿਆ ਗਿਆ ਵਾ ਕਿ ਕਤਲੂਨੀਆ ਵਿਖੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਕਤਲਾਨ ਭਾਸ਼ਾ ਦੀਆਂ ਕਲਾਸਾਂ ਲਗਾਈਆਂ ਗਈਆਂ ਸੀ। ਤੇ ਇਹ ਗੱਲ ਇੱਥੇ ਦੇ ਲੋਕਾਂ ਵਾਸਤੇ ਬਹੁਤ ਵੱਡੀ ਸੀ, ਇਹ ਗੱਲ ਇੱਥੇ ਦੇ ਲੋਕਾਂ ਵਾਸਤੇ ਬਹੁਤ ਜ਼ਿਆਦਾ ਪੋਜ਼ਿਟਿਵ ਸਾਬਤ ਹੋਈ ਸੀ। ਹੁਣ ਫੋਰ ਐਗਜ਼ਾਮਪਲ ਤੁਸੀਂ ਉੱਪਰ ਲਿਸਟ ਵਿੱਚ ਦੇਖ ਸਕਦੇ ਹੋ ਕਿ ਪਿਛਲੇ ਸਾਲਾਂ ਦੇ ਵਿੱਚ ਪਾਕਿਸਤਾਨੀ ਕਮਿਊਨਿਟੀ ਅਤੇ ਇੱਕ ਹੋਰ ਮੁਸਲਮਾਨ ਕਮਿਊਨਿਟੀ ਨੂੰ ਵੀ ਸਨਮਾਨ ਮਿਲਿਆ ਸੀ, ਪਰ ਉਹਨਾਂ ਦੇ ਆਗੂਆਂ ਨੇ ਕਰਾਚੀ ਲਾਹੌਰ ਜਾ ਕੇ ਟੀਵੀ ਉੱਪਰ ਇਹ ਨਹੀਂ ਕਿਹਾ ਸੀ ਕਿ ਇਹ ਅਵਾਰਡ ਉਹਨਾਂ ਦਾ ਪ੍ਰਾਈਵੇਟ ਹੈ, ਇਹ ਅਵਾਰਡ ਉਹਨਾਂ ਦਾ ਪਰਸਨਲ ਹੈ, ਕਿਉਂਕਿ ਇੱਦਾਂ ਉਹ ਕਹਿ ਹੀ ਨਹੀਂ ਸਕਦੇ, ਸਵਾਲ ਹੀ ਨਹੀਂ ਪੈਦਾ ਹੁੰਦਾ ਹੈਗਾ। ਅਗਲਿਆਂ ਨੂੰ ਚੰਗੀ ਤਰ੍ਹਾਂ ਪਤਾ ਵਾ ਕਿ ਉਹ ਝੂਠੀ ਪਬਲਿਸਿਟੀ ਮੀਡੀਆ ਵਿੱਚ ਇੱਦਾਂ ਨਹੀਂ ਕਰ ਸਕਦੇ ਹੈਗੇ। ਉਹਨਾਂ ਨੂੰ ਪਤਾ ਵਾ ਕਿ ਜੇ ਕਰਨਗੇ ਤਾਂ ਫਿਰ ਫੜੇ ਜਾਣਗੇ। ਇਹ ਕਿੱਥੋਂ ਦੀ ਮਸ਼ਹੂਰ ਅਖਬਾਰ ਹੈ ਜਿਹਦੇ ਵਿੱਚ 2017 ਦੇ ਅਵਾਰਡ ਵਿਜੇਤਾ ਤਿੰਨੋਂ ਫਾਈਨਲਿਸਟ ਸੰਸਥਾਵਾਂ ਬਾਰੇ ਦੱਸਿਆ ਗਿਆ ਸੀ। ਕਤਲੂਨੀਆ ਦੀ ਸਿੱਖ ਕਮਿਊਨਿਟੀ ਦੇ ਬਾਰੇ ਦੱਸਿਆ ਗਿਆ ਸੀ ਕਿ ਆਪਾਂ ਕਿੱਥੋਂ ਆਏ ਆ, ਸਾਡਾ ਪਹਿਰਾਵਾ ਕੀ ਹੈ, ਤੇ ਮੇਨਲੀ ਸਾਡੀ ਜਿੱਤ ਦਾ ਜੋ ਕਾਰਨ ਸੀ ਉਹ ਵੀ ਦੱਸਿਆ ਗਿਆ ਵਾ ਕਿ ਆਪਾਂ ਕਤਲਾਨ ਸਿਸਟਮ ਦੇ ਨਾਲ, ਕਤਲਾਨ ਸੁਸਾਇਟੀ ਦੇ ਨਾਲ, ਕਤਲੂਨੀਆ ਦੇ ਨਾਲ ਬਹੁਤ ਵਧੀਆ ਕੋਆਪਰੇਟ ਕੀਤਾ ਵਾ, ਕਰਦੇ ਪਏ ਆ। ਇਹਨਾਂ ਦੀ ਭਾਸ਼ਾ ਦੇ ਨਾਲ, ਇਹਨਾਂ ਦੇ ਸਿਸਟਮ ਦੇ ਨਾਲ ਬਹੁਤ ਵਧੀਆ ਸਿੱਖ ਕਮਿਊਨਿਟੀ ਪੇਸ਼ ਆ ਰਹੀ ਹੈ। ਤੇ ਉਹੀ ਸਾਰੇ ਕਾਰਨ, ਉਹੀ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਦੱਸਿਆ ਸੀਗਾ, ਜੋ ਵੀ ਮੈਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਹੁਣ ਤੱਕ ਦੱਸਦਾ ਆ ਰਿਹਾ ਵਾਂ, ਤੇ ਕਿਸੇ ਵੀ ਪੁੱਠੀ ਸਿੱਧੀ ਗੱਲ ਦਾ ਜ਼ਿਕਰ ਨਹੀਂ ਹੈਗਾ। ਜੋ ਵੀ ਗਗਨਦੀਪ ਨੇ ਮੀਡੀਆ ਦੇ ਉੱਤੇ ਗਲਤ ਗੱਲ ਕੀਤੀ ਹੈ, ਝੂਠ ਜਿਹੜੀ ਗੱਲ ਫੈਲਾਈ ਹੈ, ਉਸ ਦੇ ਬਾਰੇ ਕਿਸੇ ਵੀ ਪ੍ਰਕਾਰ ਦਾ ਮਤਲਬ ਪੁਆਇੰਟ ਇੱਥੇ ਸ਼ੋਅ ਨਹੀਂ ਕੀਤਾ ਗਿਆ। ਜੋ ਸੱਚ ਹੈ ਉਹੀ ਇੱਥੋਂ ਦੀ ਅਖਬਾਰਾਂ ਦੇ ਵਿੱਚ ਪੇਸ਼ ਹੁੰਦਾ ਵਾ। ਇਹ ਪਲੇਟਫਾਰਮਾ ਪਰ ਲਾ ਲੈਂਗੁਆ ਡਿਪਾਰਟਮੈਂਟ ਦੀ ਆਫੀਸ਼ੀਅਲ ਨਿਊਜ਼ ਹੈ, ਜਿਨ੍ਹਾਂ ਨੇ ਖੁਦ ਅਵਾਰਡ ਦਿੱਤਾ ਸੀ। ਇਸ ਵਿੱਚ ਵੀ ਡਿਪਾਰਟਮੈਂਟ ਦੇ ਡਾਇਰੈਕਟਰ ਸਾਹਿਬ ਖੁਦ ਕਹਿ ਰਹੇ ਨੇ ਕਿ ਅਵਾਰਡ ਵਿਜੇਤਾ ਕਤਲੂਨੀਆ ਦੀ ਸਿੱਖ ਸੰਗਤ ਹੈ, ਇੱਕ ਐਸੀ ਕਮਿਊਨਿਟੀ ਜੋ ਇੱਥੇ ਦੇ ਸਿਸਟਮ ਵਿੱਚ ਫੁੱਲ ਕੋਆਪਰੇਟ ਕਰਦੀ ਹੈ। ਤੇ ਨਾਲ ਹੀ ਇਸ ਨਿਊਜ਼ ਵਿੱਚ ਉਹੀ ਪਹਿਲੇ ਵਾਲੇ ਕਾਰਨ ਦੱਸੇ ਗਏ ਹੈ ਕਿ ਸਿੱਖ ਫੁੱਲ ਯੋਗਦਾਨ ਪਾਉਂਦੇ ਨੇ ਇੱਥੋਂ ਦੀ ਭਾਸ਼ਾ ਸਿੱਖਣ ਵਿੱਚ ਅਤੇ ਇੱਥੋਂ ਦੇ ਸਿਸਟਮ ਦੇ ਨਾਲ ਕੋਆਪਰੇਟ ਕਰਨ ਦੇ ਵਿੱਚ। ਇਹ ਆਪਣੇ ਦੇਸ਼ ਦੀ ਸਭ ਤੋਂ ਮਸ਼ਹੂਰ ਤੇ ਸਭ ਤੋਂ ਇੰਪੋਰਟੈਂਟ ਅਖਬਾਰ ਦੀ ਨਿਊਜ਼ ਹੈ। ਇਹਦੇ ਵਿੱਚ ਵੀ ਇਹ ਗੱਲ ਦੱਸੀ ਗਈ ਹੈ ਕਿ ਸੰਸਥਾਵਾਂ ਦੇ ਰੂਪ ਵਿੱਚ ਉਸ ਵੇਲੇ ਸਿੱਖ ਕਮਿਊਨਿਟੀ ਆਫ ਕਤਲੂਨੀਆ ਅਵਾਰਡ ਨੂੰ ਜਿੱਤੀ ਸੀ, ਤੇ ਪ੍ਰਾਈਵੇਟ ਇਨਸਾਨਾਂ ਵਿੱਚੋਂ ਜੱਜਸ ਨੇ ਅਲਬਰਟ ਜਨੇ ਕਤਲਾਨ ਲੇਖਕ ਨੂੰ ਸਨਮਾਨਿਤ ਕੀਤਾ ਸੀ। ਸਾਡੀ ਜਿੱਤ ਦੇ ਉਹੀ ਕਾਰਨ ਦੱਸੇ ਗਏ ਨੇ ਜਿਹੜੇ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਵੀਡੀਓ ਦੇ ਵਿੱਚ ਦੱਸੇ ਨੇ, ਤੇ ਕਿਸੇ ਵੀ ਕਿਤਾਬ ਦਾ ਜ਼ਿਕਰ ਨਹੀਂ ਹੈ, ਕਿਸੇ ਵੀ ਗਗਨਦੀਪ ਦਾ ਜ਼ਿਕਰ ਨਹੀਂ ਹੈ। ਤੇ ਭਾਈ ਸਾਹਿਬ ਨੇ ਇੰਡੀਆ ਜਾ ਕੇ ਟੀਵੀ ਚੈਨਲਾਂ ਉੱਪਰ ਜੋ ਵੀ ਝੂਠ, ਜੋ ਵੀ ਗਲਤ ਇਨਫੋਰਮੇਸ਼ਨ ਦਿੱਤੀ ਹੈ, ਉਹਦਾ ਕੋਈ ਵੀ ਜ਼ਿਕਰ ਨਹੀਂ ਹੈ। ਸੱਚ ਦਾ ਦੇਖੋ, ਝੂਠ ਦਾ ਕੋਈ ਸਿਰ ਪੈਰ ਨਹੀਂ ਹੁੰਦਾ, ਤੇ ਸੱਚ ਹਮੇਸ਼ਾ ਲੀਏ ਕਾਇਮ ਰਹਿੰਦਾ ਵਾ। ਇਹ ਮੇਰੀ ਗੱਲ ਨੋਟ ਕਰਿਓ। ਗੁਰਬਾਣੀ ਵੀ ਸਾਨੂੰ ਇਸ ਗੱਲ ਤੇ ਸਟੈਂਡ ਕਰਨ ਨੂੰ ਕਹਿੰਦੀ ਹੈ ਕਿ ਜੋ ਸੱਚ ਆ ਉਹ ਸਦਾ ਲਈ ਕਾਇਮ ਰਹਿੰਦਾ ਵਾ, ਉਹਨੂੰ ਕੋਈ ਮਿਟਾ ਨਹੀਂ ਸਕਦਾ। ਹਾਂ, ਇਹ ਗੱਲ ਸੱਚ ਹੈ ਕਿ ਕਈ ਲੋਕ, ਕੁਝ ਲੋਕ ਹੁੰਦੇ ਆ ਜਿਹੜੇ ਝੂਠ ਬੋਲਦੇ ਆ, ਪਰ ਸਰਕਾਰੀ ਫਾਈਲਾਂ, ਆਫੀਸ਼ੀਅਲ ਜੋ ਡਾਕੂਮੈਂਟਸ, ਆਫੀਸ਼ੀਅਲ ਰਿਕਾਰਡਸ, ਆਫੀਸ਼ੀਅਲ ਵੀਡੀਓਜ਼, ਇਮੇਜਸ ਜੋ ਵੀ ਦਰਜ ਆ, ਉਹ ਸਭ ਕੁਝ ਸੱਚ ਕਾਇਮ ਆ। ਉੱਥੇ ਦਾ ਉੱਥੇ ਹੀ ਹੈ, ਸੱਚ ਨੂੰ ਕੋਈ ਮਿਟਾ ਨਹੀਂ ਸਕਦਾ, ਭਾਵੇਂ ਜਿੰਨਾ ਮਰਜ਼ੀ ਝੂਠ ਬੋਲੀ ਜਾਵੋ। ਇੱਥੋਂ ਤੱਕ ਕਿ ਸਭ ਤੋਂ ਨੀਚੇ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ, ਮੈਂ ਤੁਹਾਨੂੰ ਹੈਡਲਾਈਨ ਪੇਸ਼ ਕਰ ਰਿਹਾ ਵਾਂ। ਯੂਰਪ ਪ੍ਰੈਸ ਇੰਟਰਨੈਸ਼ਨਲ ਨਿਊਜ਼ ਵਿੱਚ ਵੀ, ਅਖਬਾਰ ਵਿੱਚ ਵੀ, ਇਸ ਮਹਾਨ ਅਖਬਾਰ ਦੇ ਵਿੱਚ ਵੀ ਇਹ ਨਿਊਜ਼ ਆਈ ਸੀ ਕਿ ਕਤਲੂਨੀਆ ਦੀ ਸਿੱਖ ਕਮਿਊਨਿਟੀ ਅਵਾਰਡ ਵਿਜੇਤਾ ਵੈ, ਤੇ ਸੰਗਤ ਦੀ ਇਸ ਮਹਾਨ ਪ੍ਰਾਪਤੀ ਬਾਰੇ ਵੀ ਜ਼ਿਕਰ ਕੀਤਾ ਗਿਆ ਸੀ। ਸੋ ਇਸ ਕਰਕੇ ਗਗਨਦੀਪ ਸਿੰਘ ਜੀ ਬਹੁਤ ਵੱਡੀ ਗਲਤਫਹਿਮੀ ਦੇ ਵਿੱਚ ਹੈਗੇ ਨੇ ਜੇ ਉਹ ਸੋਚਦੇ ਨੇ ਕਿ ਇੰਡੀਆ ਜਾ ਕੇ ਮੀਡੀਆ ਉੱਪਰ ਜਿਹੜਾ ਮਰਜ਼ੀ ਝੂਠ, ਜੋ ਮਰਜ਼ੀ ਗਲਤ ਗੱਲ ਕਰ ਲੈਣਗੇ ਮਸ਼ਹੂਰ ਹੋਣ ਵਾਸਤੇ। ਜੇ ਉਹ ਸੋਚ ਰਹੇ ਨੇ ਕਿ ਆਪਾਂ ਸਾਰੇ ਅਨਪੜ੍ਹ ਹਾਂ, ਸਾਨੂੰ ਕੁਝ ਸਮਝ ਨਹੀਂ ਲੱਗੇਗੀ, ਤੇ ਫਿਰ ਉਹ ਬਹੁਤ ਵੱਡੀ ਗਲਤਫਹਿਮੀ ਦੇ ਵਿੱਚ ਨੇ। ਗਗਨਦੀਪ ਨੇ ਹਰ ਟੀਵੀ ਚੈਨਲ ਤੇ ਇੰਟਰਵਿਊਜ਼ ਵਿੱਚ ਪਬਲਿਸਿਟੀ ਕਰਨ ਵਾਸਤੇ ਇਹ ਕਿਹਾ ਕਿ ਅਵਾਰਡ ਉਹਦਾ ਵਾ, ਤੇ ਬਹੁਤ ਸਾਰੀ ਝੂਠੀ, ਬਹੁਤ ਸਾਰੀ ਗਲਤ ਇਨਫੋਰਮੇਸ਼ਨ ਜੋ ਹੈ ਟੀਵੀ ਮੀਡੀਆ ਦੇ ਵਿੱਚ ਪੇਸ਼ ਕੀਤੀ। ਤੇ ਇਹਦੇ ਦੌਰਾਨ ਅਕਤੂਬਰ 2019 ਵਿੱਚ ਇੰਟਰਨੈਸ਼ਨਲ ਸਿੱਖ ਯੂਥ ਕਾਨਫਰੰਸ ਦੇ ਵਿੱਚ ਵੀ ਗਗਨਦੀਪ ਨੇ ਅਵਾਰਡ ਨੂੰ ਆਪਣਾ ਨਾਮ ਦਿੱਤਾ। ਇਸ ਕੌਮ ਦੀ ਇਮਾਰਤ ਨੂੰ ਪਪੂਲਰ ਹੋਣ ਵਾਸਤੇ ਇੱਕ ਜ਼ਰੀਆ ਬਣਾਤਾ। ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਜੋ ਇੰਟਰਨੈਸ਼ਨਲ ਕਾਨਫਰੰਸ, ਇੰਟਰਨੈਸ਼ਨਲ ਸਿੱਖ ਯੂਥ ਕਾਨਫਰੰਸ ਹੋਈ ਸੀ, ਉਹਦੇ ਵਿੱਚ ਮੇਰੇ ਬਹੁਤ ਸਤਿਕਾਰਯੋਗ ਸੀਨੀਅਰ ਵੀਰਾਂ ਤੇ ਭੈਣਾਂ ਨੇ ਹਿੱਸਾ ਲਿਆ ਸੀ। ਇਸ ਕਾਨਫਰੰਸ ਦੇ ਵਿੱਚ ਉਹਨਾਂ ਪ੍ਰਾਣੀਆਂ ਨੇ ਹਿੱਸਾ ਲਿਆ ਸੀ ਜੋ ਵਾਕਿਆ ਵਿੱਚ ਕੁਛ ਹੈਗੇ ਨੇ।
ਇਹਨਾਂ ਭੈਣ ਭਰਾਵਾਂ ਨੇ ਵਾਕਿਆ ਵਿੱਚ ਹੀ ਸੰਘਰਸ਼ ਕੀਤਾ ਵਾ, ਪੜ੍ਹਾਈ ਲਿਖਾਈ ਕੀਤੀ ਹੈ, ਅਫੋਰਡਸ ਕੀਤੇ ਨੇ, ਝੂਠ ਨਹੀਂ ਬੋਲਿਆ, ਝੂਠ ਦੇ ਸਹਾਰੇ ਪਬਲਿਸਿਟੀ ਨਹੀਂ ਕੀਤੀ। ਮੇਰੇ ਬੜੇ ਸਤਿਕਾਰਯੋਗ ਵੀਰ ਤਨਮਨਜੀਤ ਸਿੰਘ ਜੀ, ਬਹੁਤ ਮੰਨੇ ਹੋਏ ਬ੍ਰਿਟਿਸ਼ ਪੋਲੀਟੀਸ਼ੀਅਨ, ਬੀਬੀ ਮਨਦੀਪ ਕੌਰ ਜੀ, ਬਹੁਤ ਮੰਨੇ ਹੋਏ ਸੀਨੀਅਰ ਬ੍ਰਿਟਿਸ਼ ਪੁਲਿਸ ਅਫਸਰ, ਤੇ ਇੱਕ ਪਾਸੇ ਆਪਣੇ ਗਗਨਦੀਪ ਸਿੰਘ ਜਿਨ੍ਹਾਂ ਨੇ ਝੂਠ ਲਿਖਾਇਆ ਆਪਣੀ ਫੋਟੋ ਥੱਲੇ, ਆਖੇ ਜੀ ਪ੍ਰੈਸੀਡੈਂਟ ਅਵਾਰਡ ਵਿਨਰ ਸਪੇਨ। ਕਿੰਨੀ ਗਲਤ ਗੱਲ ਹੈ। ਇੱਕ ਭਾਸ਼ਾ ਦੇ ਡਿਪਾਰਟਮੈਂਟ ਨੇ ਤੁਹਾਨੂੰ ਦਿੱਤਾ ਹੋਵੇ ਅਵਾਰਡ ਸਿੱਖ ਕਮਿਊਨਿਟੀ ਨੂੰ, ਤੇ ਵਿੱਚ ਪ੍ਰੈਜ਼ੀਡੈਂਟ ਤੇ ਸਪੇਨ ਵਰਗੇ ਤੁਸੀਂ ਵੱਡੇ ਵੱਡੇ ਸ਼ਬਦ ਅੱਖਰ ਐਡ ਕਰਕੇ ਤੇ ਹੋਰ ਪਬਲਿਸਿਟੀ ਇਨਕਰੀਜ਼ ਕਰ ਰਹੇ ਹੋ, ਆਪਣੀ ਪਬਲਿਸਿਟੀ ਹੋਰ ਵਧਾ ਰਹੇ ਹੋ, ਕੋਸ਼ਿਸ਼ ਕਰ ਰਹੇ ਹੋ ਤਾਂ ਜੋ ਸੁਣਨ ਵਾਲੇ ਤੇ ਤੁਹਾਡਾ ਪ੍ਰਭਾਵ ਪਵੇ। ਪਹਿਲੀ ਗੱਲ, ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲੇ ਦੱਸਿਆ ਵਾ, ਇੱਕ ਭਾਸ਼ਾ ਦੇ ਡਿਪਾਰਟਮੈਂਟ ਦਾ ਅਵਾਰਡ ਹੈ ਕਤਲੂਨੀਆ ਦੀ ਸਾਰੀ ਸਿੱਖ ਸੰਗਤ ਵਾਸਤੇ। ਉੱਤੋਂ ਇਹਨਾਂ ਨੇ ਅਵਾਰਡ ਨੂੰ ਆਪਣਾ ਬਣਾ ਲਿਆ ਤੇ ਉੱਤੋਂ ਹੋਰ ਝੂਠ ਐਡ ਕਰਤਾ ਮਹਾਨ ਸ਼ੋਅ ਅਪ ਕਰਨ ਵਾਸਤੇ। ਇਹ ਤਾਂ ਉਹੀ ਹਿਸਾਬ ਹੋ ਗਿਆ, ਫੋਰ ਐਗਜ਼ਾਮਪਲ ਜਿੱਦਾਂ ਕਿਸੇ ਨੇ ਮੈਨੂੰ ਪੰਜਾਬ ਦੇ ਵਿੱਚ ਲੋਕਲ ਅਵਾਰਡ ਦਿੱਤਾ ਹੋਵੇ, ਹੈ ਨਾ, ਤੇ ਉਸ ਲੋਕਲ ਅਵਾਰਡ ਨੂੰ ਮੈਂ ਦੱਸਾਂ ਕਿ ਦਿੱਲੀ ਵਿੱਚ ਮੈਨੂੰ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਕੋਲੋਂ ਸਟੇਟ ਅਵਾਰਡ ਮਿਲਿਆ ਵਾ। ਕਿੰਨੀ ਗਲਤ ਗੱਲ ਹੈ। ਇੱਕ ਪੰਜਾਬ ਦੇ, ਫੋਰ ਐਗਜ਼ਾਮਪਲ ਤੁਸੀਂ ਇਹਨੂੰ ਐਗਜ਼ਾਮਪਲ ਲਾਵੋ, ਪੰਜਾਬ ਦੇ ਵਿੱਚ ਤੁਹਾਨੂੰ ਕਿਸੇ ਪਿੰਡ ਦੇ ਵਿੱਚੋਂ, ਕਿਸੇ ਸ਼ਹਿਰ ਦੇ ਵਿੱਚੋਂ ਇੱਕ ਅਵਾਰਡ ਮਿਲੇ ਲੋਕਲ, ਤੇ ਤੁਸੀਂ ਉਹਨੂੰ ਕਹੋ ਕਿ ਮੈਨੂੰ ਇੰਡੀਆ ਦੇ ਪ੍ਰੈਜ਼ੀਡੈਂਟ ਦੇ ਕੋਲੋਂ ਦਿੱਲੀ ਸੰਸਦ ਦੇ ਵਿੱਚ ਬਹਿ ਕੇ ਮਿਲਿਆ ਵਾ। ਕਿੰਨੀ ਗਲਤ ਗੱਲ ਹੈ। ਸਰਾਸਰ ਝੂਠ, ਪੈਰ ਪੈਰ ਦੇ ਉੱਤੇ ਪਬਲਿਸਿਟੀ। ਗੁਰੂ ਦੀ ਸੰਗਤ ਦੀ ਇਮਾਰਤ ਦਾ ਇਸਤੇਮਾਲ ਕੀਤਾ ਖੁਦ ਆਪਣੇ ਬੈਨੀਫਿਟ ਵਾਸਤੇ। ਮੈਂ ਚਲੋ ਮੰਨਿਆ ਕਿ ਹਰ ਬੰਦੇ ਦੇ ਮਨ ਵਿੱਚ ਸ਼ੌਂਕ ਹੁੰਦਾ ਵਾ ਮਸ਼ਹੂਰ ਹੁੰਦਾ, ਪਰ ਉਹਦੇ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਜਿਸ ਤਰ੍ਹਾਂ ਇਸ ਪੋਸਟਰ ਵਿੱਚ ਮੇਰੇ ਇਹਨਾਂ ਸਾਰੇ ਭੈਣ ਭਰਾਵਾਂ ਨੇ ਕੀਤੀ ਹੈ। ਝੂਠ ਦਾ ਸਾਥ ਨਹੀਂ ਚੱਲਦਾ। ਜੇ ਕਿਸੇ ਦੇ ਮਨ ਵਿੱਚ ਗਲਤਫਹਿਮੀ ਹੋਵੇ ਕਿ ਇੰਡੀਆ ਇੰਟਰਨੈਸ਼ਨਲ ਮੀਡੀਆ ਵਿੱਚ ਜਾ ਕੇ ਕੋਈ ਵੀ ਝੂਠ ਬੋਲੀ ਜਾਓ ਮਸ਼ਹੂਰ ਹੋਣ ਵਾਸਤੇ, ਤਾਂ ਉਹ ਬਾਲਾ ਸਮਾਂ ਨਹੀਂ ਚੱਲਦਾ। ਸੱਚ ਸਦਾ ਲਈ ਕਾਇਮ ਰਹਿੰਦਾ ਵਾ। ਮੈਂ ਤੁਹਾਨੂੰ ਗੱਲ ਪਹਿਲੇ ਵੀ ਕਹੀ ਸੀ, ਝੂਠ ਦੇ ਪੈਰ ਨਹੀਂ ਹੁੰਦੇ। ਤੇ ਅੱਜ ਕਿਰਪਾ ਹੋ ਗਈ, ਫਿਰ ਦਾਸ ਸੰਗਤ ਸਾਹਮਣੇ ਸੱਚ ਪੇਸ਼ ਕਰ ਰਿਹਾ ਵਾ। ਤੇ ਇਹਦੇ ਦੌਰਾਨ ਇੱਕ ਹੋਰ ਬਹੁਤ ਵੱਡਾ ਝੂਠ ਬੋਲਿਆ ਇਸ ਕਾਨਫਰੰਸ ਦੇ ਵਿੱਚ ਗਗਨਦੀਪ ਸਿੰਘ ਨੇ, ਇੱਕ ਵਾਰੀ ਫਿਰ ਪਬਲਿਸਿਟੀ ਕਰਨ ਵਾਸਤੇ, ਉਹ ਵੀ ਇਮੋਸ਼ਨਲ ਤਰੀਕੇ ਦੇ ਨਾਲ। ਇਹ ਵੀਡੀਓ ਪਹਿਲਾਂ ਦੇਖਿਓ ਜੀ। ਵਾਹਿਗੁਰੂ ਜੀ ਕੀ ਫਤਿਹ। ਜੈ ਕਾਲ। ਅਚੀਵਰਸ ਇਦਾਂ ਦੇ ਹੁੰਦੇ ਨੇ, ਸਿੱਖੀ ਕਮਾਉਣੀ ਪੈਂਦੀ ਹੈ। ਕੋਈ ਸ਼ੱਕ ਨਹੀਂ, ਜਦੋਂ ਥਾਲੀ 'ਚ ਪਰੋਸ ਕੇ ਮਿਲੀ ਤੇ ਅਸੀਂ ਉਹਦੀ ਕਦਰ ਕਰਾ ਦਿੱਤੀ, ਪਰ ਜਿਨ੍ਹਾਂ ਨੇ ਕੇਸ ਲੜ ਕੇ ਜੱਦੋ-ਜਹਿਦ ਕਰਕੇ ਸ੍ਰੀ ਸਾਹਿਬ ਲਈ ਇੱਕ ਜੰਗ ਵਰਗਾ ਮੁਸ਼ੱਕਤ ਕੀਤੀ, ਉਹਨਾਂ ਨੂੰ ਪਤਾ ਇਹਦਾ ਮਤਲਬ ਕੀ ਹੈ। ਪਰ ਮੈਂ ਉਸ ਮਾਂ ਨੂੰ ਵੀ ਸਿਜਦਾ ਕਰਨਾ ਚਾਹੁੰਦਾ। ਮੈਨੂੰ ਮਾਣ ਹੈ ਕਿ ਅੱਜ ਉਹ ਸਾਡੇ ਨਾਲ ਨੇ ਇੱਥੇ ਬੈਠੇ, ਕਿ ਇੱਕ ਵਾਰੀ ਵੀਰ ਗਗਨਦੀਪ ਸਿੰਘ ਨੂੰ ਰਾਤ, ਉਹਨਾਂ ਨੇ ਜ਼ਿਆਦਾ ਐਕਸਪਲੇਨ ਨਹੀਂ ਕੀਤਾ, ਬਈ ਪੁਲਿਸ ਨੇ ਫੜ ਲਿਆ ਸ੍ਰੀ ਸਾਹਿਬ ਉਹ ਕਕਾਰਾਂ ਦੇ ਚੱਕਰ 'ਚ, ਤੇ ਉਹਨਾਂ ਨੇ ਇੱਕ ਬੜਾ ਪਿਆਰਾ ਜਿਹਾ ਸੌਖਾ ਜਿਹਾ ਸਿਚੁਏਸ਼ਨ ਦਿੱਤੀ ਕਿ ਇੱਦਾਂ ਕਰ ਵੀ ਤੂੰ ਕੇਸ ਕਤਲ ਕਰਾ ਦੇ ਤੇ ਕਿਰਪਾਨ ਲਾ ਦੇ, ਤੇ ਤੂੰ ਜੋ ਕਹੇਗਾ ਸਿਟੀਜ਼ਨਸ਼ਿਪ ਚਾਹੀਦੀ ਤੈਨੂੰ ਹੁਣੇ ਦਿੱਤੀ, ਪਰ ਇਹ ਕਰਨਾ ਪੈਣਾ ਕੰਮ, ਜੋ ਕਹੇਗਾ ਉਹੀ ਮਿਲੇਗਾ ਇਸ ਕੰਟਰੀ 'ਚ, ਪਰ ਤੈਨੂੰ ਇਹ ਸਾਰਾ ਸਿਸਟਮ ਲਾਉਣਾ ਪੈਣਾ। ਸ਼ਾਇਦ ਕੋਈ ਉਹ ਗੁਰੂ ਘਰ ਦਾ ਸ਼ਾਇਦ ਕੇਸ ਸੀ ਨਾ ਗਗਨਦੀਪ ਸਿੰਘ ਵੀਰ ਜੀ, ਉਹ ਕੋਈ ਸੀਗਾ ਵੀ ਸਿੱਖੀ ਦੇ ਉਲਟ ਕੋਈ ਚੀਜ਼ ਸੀਗੀ। ਤੇ ਵੀਰ ਗਗਨਦੀਪ ਸਿੰਘ ਨੇ ਆਪਣੀ ਬੇਬੇ ਨੂੰ ਫੋਨ ਕੀਤਾ ਵੀ ਮੈਂ ਕੀ ਕਰਾਂ, ਮੈਂ ਜਿਸ ਕੰਮ ਇੱਥੇ ਤੁਸੀਂ ਮੈਨੂੰ ਭੇਜਿਆ ਸੀ ਉਹ ਤੇ ਇੱਕ ਸਕਿੰਟ 'ਚ ਪੂਰਾ ਹੋ ਰਿਹਾ, ਪਰ ਮੈਨੂੰ ਸਿੱਖੀ ਦੇ ਉਲਟ ਜਾਣਾ ਪੈਣਾ। ਤੇ ਉਸ ਮਾਂ ਨੇ ਉਦੋਂ ਵੀ ਆਖਿਆ ਸੀ ਵੀ ਪੁੱਤ ਸਿੱਖੀ ਬਚਾ ਲਈ, ਤੇਰੀ ਜਾਨ ਵੀ ਜਾਂਦੀ ਤੇ ਕੋਈ ਫਰਕ ਨਹੀਂ ਪੈਂਦਾ। ਇਸ ਇੰਟਰਨੈਸ਼ਨਲ ਸਿੱਖ ਯੂਥ ਕਾਨਫਰੰਸ ਵਿੱਚ ਬਹੁਤ ਇੰਪੋਰਟੈਂਟ ਤੇ ਮਿਹਨਤੀ ਲੋਕ ਬੈਠੇ ਹੋਏ ਨੇ, ਪਰ ਉਹਨਾਂ ਤੋਂ ਅਲੱਗ ਗਗਨਦੀਪ ਆਪਣੀ ਗੱਲ ਖਤਮ ਕਰਨ ਤੋਂ ਬਾਅਦ ਬੈਠ ਗਏ ਸੀ, ਤੇ ਜੋ ਗਗਨਦੀਪ ਨੇ ਯੈਲੋ ਦਸਤਾਰ ਵਾਲੇ ਸਿੰਘ ਸਾਹਿਬ ਜੀ ਨੂੰ ਗੱਲ ਕਹੀ ਹੈ ਉਹ ਤਾਂ ਤੁਸੀਂ ਸਾਰਿਆਂ ਨੇ ਸੁਣ ਹੀ ਲਈ ਹੈ। ਸਮਝਣ ਦੀ ਕੋਸ਼ਿਸ਼ ਕਰਿਓ, ਸਭ ਗੱਲ ਪਬਲਿਸਿਟੀ ਤੇ ਆ ਕੇ ਟਿਕਦੀ ਹੈ। ਜੋ ਗਗਨਦੀਪ ਨੇ ਕਿਹਾ ਉਹ ਤੁਸੀਂ ਸਾਰਿਆਂ ਨੇ ਸੁਣ ਲਿਆ। ਕਹਿੰਦੇ ਕਿ ਰਾਤ ਨੂੰ ਸਪੇਨ ਪੁਲਿਸ ਗਗਨਦੀਪ ਦੇ ਘਰ ਆਈ ਤੇ ਕਿਹਾ ਕਿ ਆਪਣਾ ਧਰਮ ਲਾਵੋ ਤੇ ਨੈਸ਼ਨੈਲਿਟੀ ਲਵੋ, ਆਪਣਾ ਧਰਮ ਲਾਵੋ ਤੇ ਜੋ ਮੰਗੋਗੇ ਉਹ ਤੁਹਾਨੂੰ ਮਿਲੇਗਾ।
ਇਹ ਗੱਲ 101% ਗਲਤ ਕੀਤੀ ਹੈ ਇਹਨਾਂ ਨੇ ਆਪਣੀ ਫੁੱਲ ਇਮੋਸ਼ਨਲ ਪਬਲਿਸਿਟੀ ਕਰਨ ਵਾਸਤੇ। ਇੱਥੇ ਕੋਈ 84 ਦਾ ਟਾਈਮ ਨਹੀਂ ਚੱਲ ਰਿਹਾ ਹੈਗਾ, ਇੱਥੇ ਇਦਾਂ ਦਾ ਕੋਈ ਵੀ ਕੰਮ ਨਹੀਂ ਹੁੰਦਾ। ਮੈਨੂੰ ਸਮਝ ਨਹੀਂ ਆਉਂਦੀ, ਇੰਨੀ ਬੱਚਾ ਵਾਲੀ ਗੱਲ ਕਰਤੀ ਇਹਨਾਂ ਨੇ ਮਸ਼ਹੂਰ ਹੋਣ ਵਾਸਤੇ, ਪਬਲਿਸਿਟੀ ਕਰਨ ਵਾਸਤੇ। ਇਹੋ ਜਿਹਾ ਇੱਥੇ ਕੁਝ ਵੀ ਨਹੀਂ ਹੁੰਦਾ ਹੈਗਾ ਸਾਧ ਸੰਗਤ ਜੀਓ। ਆਪਾਂ ਯੂਰਪ ਦੇ ਵਿੱਚ ਰਹਿ ਰਹੇ ਹਾਂ, ਇਹਨਾਂ ਨੇ ਸੋਚਿਆ ਕਿ ਮੀਡੀਆ ਤੇ ਜਾ ਕੇ ਜਿਹੜਾ ਮਰਜ਼ੀ ਝੂਠ ਬੋਲ ਦਵੋ ਤੇ ਆਪਣੀ ਵਾਹਵਾ ਕਰਾ ਲਵੋ, ਇਹ ਗਲਤ ਗੱਲ ਹੈ। ਇਹਨਾਂ ਦਾ ਦਰਅਸਲ ਮਕਸਦ ਹੀ ਇਹ ਸੀ, ਕਹਿੰਦੇ ਕਿ ਮੈਂ ਨੈਸ਼ਨੈਲਿਟੀ ਨੂੰ ਮੈਂ ਸਭ ਕੁਝ ਰਿਜੈਕਟ ਕੀਤਾ ਪਰ ਮੈਂ ਸਿੱਖੀ ਨਹੀਂ ਛੱਡੀ। ਸਮਝਣ ਦੀ ਕੋਸ਼ਿਸ਼ ਕਰਿਓ, ਗੱਲ ਸਾਰੀ ਪਬਲਿਸਿਟੀ ਤੇ ਆ ਕੇ ਖਤਮ ਹੁੰਦੀ ਹੈ, ਪਰ ਇਹਨਾਂ ਨੇ ਬਹੁਤ ਵੱਡੇ ਲੈਵਲ ਦਾ ਝੂਠ ਬੋਲਿਆ ਵਾ। ਇਹ ਸਾਬਿਤ ਕਰ ਰਹੇ ਨੇ ਕਿ ਇਹ ਇੰਨੇ ਮਹਾਨ ਸਿੱਖ ਨੇ ਕਿਉਂਕਿ ਇਹਨਾਂ ਨੇ ਸਿੱਖੀ ਰੱਖੀ ਤੇ ਨੈਸ਼ਨੈਲਿਟੀ ਨੂੰ ਠੋਕਰ ਮਾਰੀ। ਇਨਸਾਨ ਝੂਠ ਬੋਲਦਿਆਂ ਇੰਨਾ ਵੀ ਦੂਰ ਨਾ ਪਹੁੰਚ ਜਾਵੇ ਕਿ ਉਹਨੂੰ ਖੁਦ ਨੂੰ ਵੀ ਮਹਿਸੂਸ ਨਾ ਹੋਵੇ ਕਿ ਉਹ ਕਿੱਥੇ ਪਹੁੰਚ ਗਿਆ ਵਾ, ਉਹ ਕੀ ਗੱਲਾਂ ਕਰ ਰਿਹਾ ਵਾ। ਉਹਨੂੰ ਖੁਦ ਨੂੰ ਵੀ, ਇਸ ਇਨਸਾਨ ਨੂੰ ਮਹਿਸੂਸ ਨਹੀਂ ਹੁੰਦਾ ਕਿ ਉਹ ਜਿਹੜੀਆਂ ਗੱਲਾਂ ਕਰ ਰਿਹਾ ਵਾ ਉਹ ਬਿਲਕੁਲ ਬੱਚਿਆਂ ਵਾਲੀ ਗੱਲਾਂ ਨੇ, ਨਿਆਣਪੁਣੇ ਵਾਲੀ ਗੱਲਾਂ ਨੇ। ਪਹਿਲੀ ਗੱਲ ਤੇ ਇਦਾਂ ਦਾ ਇੱਥੇ ਕੁਝ ਵੀ ਨਹੀਂ ਹੁੰਦਾ ਹੈਗਾ, ਤੇ ਬਾਕੀ ਬਹੁਤ ਗਲਤ ਗੱਲ ਇਹਨਾਂ ਨੇ ਕੀਤੀ ਟੀਵੀ ਉੱਪਰ ਆਪਣੀ ਵਾਹਵਾ ਕਰਾਉਣ ਵਾਸਤੇ। ਗਲਤ ਗੱਲ ਹੈ, ਝੂਠ ਗੱਲ ਕੀਤੀ, ਜੋ ਇਹਨਾਂ ਨੇ ਝੂਠੀ ਸਿਚੁਏਸ਼ਨ ਬਣਾਈ ਹੈ। ਜੋ ਇਹਨਾਂ ਨੇ, ਮੈਂ ਪਹਿਲੇ ਵੀ ਕਿਹਾ ਸੀ, ਫੋਕੀਆਂ ਗੱਲਾਂ ਦਾ ਕੋਈ ਵੀ ਫਾਇਦਾ ਨਹੀਂ ਹੈਗਾ। ਝੂਠ ਬੋਲ ਕੇ ਮੀਡੀਆ ਸਾਹਮਣੇ ਕੀ ਲੈਣਾ ਚਾਹੁੰਦੇ ਹੋ? ਤਰੱਕੀ ਭਾਈ ਸਾਹਿਬ ਜੀ ਇਦਾਂ ਨਹੀਂ ਹੁੰਦੀ ਹੈਗੀ ਝੂਠ ਬੋਲ ਕੇ। ਸੰਗਤ ਜੀ, ਮੈਂ ਤੁਹਾਡਾ ਇੱਕ ਵਾਰੀ ਫੇਰ ਇਹ ਕਨਫਿਊਜ਼ਨ ਤੁਹਾਡੀ ਦੂਰ ਕਰ ਦਵਾਂ, ਇੱਥੇ ਇਹੋ ਜਿਹਾ ਕੁਝ ਵੀ ਨਹੀਂ ਹੁੰਦਾ ਹੈਗਾ, ਸਭ ਝੂਠ ਹੈ। ਮਤੇ ਮੇਰੇ ਹੁਣ ਕੁਛ ਇੱਥੇ ਵੀਰ ਪਹੁੰਚੇ ਹੁਣ ਨੈਸ਼ਨੈਲਿਟੀ ਲੈਣ ਵਾਸਤੇ, ਇੱਥੇ ਕੋਈ ਕਿਸੇ ਨੂੰ ਵੀ ਇਹ ਨਹੀਂ ਕਹਿੰਦਾ ਕਿ ਆਪਣਾ ਧਰਮ ਲਾਓ ਤੇ ਨੈਸ਼ਨੈਲਿਟੀ ਚੱਕੋ। ਇਹ ਸਭ ਇਮੋਸ਼ਨਲ ਪ੍ਰੋਪੋਗੰਡਾ ਵਾ, ਪਬਲਿਸਿਟੀ ਆਪਣੀ ਕਰਨ ਵਾਸਤੇ, ਆਪਣੇ ਆਪ ਨੂੰ ਵਿਚਾਰਾ ਸਾਬਿਤ ਕਰਨ ਵਾਸਤੇ, ਆਪਣੇ ਆਪ ਨੂੰ ਮਹਾਨ ਸਾਬਿਤ ਕਰਨ ਵਾਸਤੇ। ਹੁਣ ਜੇ ਆਪਾਂ ਪ੍ਰੋਪਰ ਧਰਮ ਵਾਲੇ ਪਾਸੇ ਚੱਲ ਜਾਈਏ ਤੇ ਫਿਰ ਇਹਨਾਂ ਦੀ ਆਹ ਵਾਲੀ ਵੀਡੀਓ ਦੇਖਿਓ ਜੀ। Quando jo vaig venir aquí i va venir Isidora, no? Li vaig saludar d'una manera molt respectuosa, com si fem a Índia. Li vaig tocar els peus i ella va quedar, noi, què estàs fent, no? Després li vaig explicar que és una que salutació que fem a Índia amb molt respecte amb els pares o amb gent gran. ਆਪਣੇ ਇੱਥੇ ਟਾਊਨ ਹਾਲ ਤੋਂ ਰੈਗੂਲਰਲੀ ਆਫੀਸਰਸ ਗੁਰਦੁਆਰਾ ਸਾਹਿਬ ਆਉਂਦੇ ਨੇ ਸਾਡੇ ਧਰਮ ਨੂੰ ਜਾਣਨ ਵਾਸਤੇ, ਤੇ ਗਗਨਦੀਪ ਕਹਿ ਰਹੇ ਨੇ ਕਿ ਇੱਕ ਬੀਬੀ ਆਈ ਸੀ ਟਾਊਨ ਹਾਲ ਆਫਿਸ ਚੋਂ ਤੇ ਇਹਨਾਂ ਨੇ ਉਸ ਬੀਬੀ ਦੇ ਪੈਰਾਂ ਨੂੰ ਹੱਥ ਲਗਾ ਕੇ ਤੇ ਮੱਥਾ ਟੇਕਿਆ ਥੱਲੇ ਹੋ ਕੇ। ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇੱਕ ਅੰਮ੍ਰਿਤਧਾਰੀ ਸਜਿਆ ਸਿੰਘ ਕਿਸੇ ਨੂੰ ਮੱਥਾ ਟੇਕ ਰਿਹਾ ਵਾ, ਇਸ ਤੋਂ ਵੱਡਾ ਅਪਮਾਨ ਗੁਰੂ ਸਾਹਿਬ ਦਾ ਹੋਰ ਕੋਈ ਵੀ ਨਹੀਂ ਹੋ ਸਕਦਾ। ਇਹ ਫੁੱਲ ਬੇਅਦਬੀ ਹੈ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਦੀ, ਗੁਰੂ ਸਾਹਿਬ ਜੀ ਦੀ ਮਰਿਆਦਾ ਦੀ। ਅੰਮ੍ਰਿਤਧਾਰੀ ਆਪਣਾ ਸਿਰ ਗੁਰੂ ਸਾਹਿਬ ਜੀ ਨੂੰ ਦੇ ਚੁੱਕਾ ਹੁੰਦਾ ਵਾ ਤੇ ਇਹ ਸਿਰ ਹੋਰ ਕਿਸੇ ਦੇ ਅੱਗੇ ਵੀ ਨਹੀਂ ਝੁਕ ਸਕਦਾ, ਭਾਵੇਂ ਜਿਹੜਾ ਮਰਜ਼ੀ ਹੋਵੇ। ਕਹਿੰਦੇ ਗਗਨਦੀਪ ਕਹਿੰਦੇ ਨੇ ਕਿ ਉਸ ਬੀਬੀ ਨੂੰ ਇਹਨਾਂ ਨੇ ਰਿਸਪੈਕਟ ਸ਼ੋ ਕੀਤੀ ਹੈ, ਭਾਵੇਂ ਜਿਹੜਾ ਮਰਜ਼ੀ ਹੋਵੇ, ਬੀਬੀ, ਬੰਦਾ, ਬਜ਼ੁਰਗ, ਗੁਰੂ ਮਹਾਰਾਜ ਦੇ ਸਿਧਾਂਤਾਂ ਤੋਂ ਅੱਗੇ ਹੋਰ ਕੁਝ ਵੀ ਨਹੀਂ ਹੈਗਾ। ਤੇ ਇਹ ਜੋ ਤੁਸੀਂ ਗੋਰਿਆਂ ਦੀ ਚਾਪਲੂਸੀ ਕਰਦੇ ਰਹਿੰਦੇ ਹੋ ਨਾ, ਇਹਦਾ ਕੋਈ ਵੀ ਫਾਇਦਾ ਨਹੀਂ ਹੈਗਾ। ਤੁਸੀਂ ਜਿੱਥੇ ਜਾਂਦੇ ਹੋ ਉਸ ਸਿਚੁਏਸ਼ਨ ਦੇ ਵਿੱਚ ਅਡੈਪਟ ਕਰਕੇ ਤੇ ਉਸ ਸਿਚੁਏਸ਼ਨ ਦੇ ਨਾਲ ਤੁਸੀਂ ਚਾਪਲੂਸੀ ਕਰਦੇ ਹੋ, ਆਪਣਾ ਬੈਨੀਫਿਟ ਲੱਭਦੇ ਹੋ। ਕਿੰਨਾ ਵੱਡਾ ਤੁਸੀਂ ਹੁਣ ਜਿਹੜਾ ਇਹ ਅਪਮਾਨ ਕੀਤਾ ਵਾ, ਇਹ ਬਹੁਤ ਗਲਤ ਗੱਲ ਹੈ। ਸੈਂਸ ਨਾਮ ਦੀ ਵੀ ਕੋਈ ਚੀਜ਼ ਹੁੰਦੀ ਹੈ। ਸਾਧ ਸੰਗਤ ਜੀ, ਹੁਣ ਜ਼ਰਾ ਇਹਨਾਂ ਦੀ ਆਹ ਵਾਲੀ ਵੀਡੀਓ ਵੇਖਿਓ। ਗਗਨਦੀਪ ਕਹਿ ਰਹੇ ਨੇ ਕਿ ਸ਼ੁਰੂ ਤੋਂ ਹੀ ਇਹਨਾਂ ਦਾ ਸੁਪਨਾ ਸੀ ਕਮਿਊਨਿਟੀ ਦੇ ਵਿੱਚ ਤੇ ਆਪਣੇ ਸ਼ਹਿਰ ਦੀ ਸੁਸਾਇਟੀ ਦੇ ਵਿੱਚ ਮਹਾਨ ਹੋਣਾ, ਮਸ਼ਹੂਰ ਹੋਣਾ। ਮੈਂ ਪਹਿਲੇ ਵੀ ਕਿਹਾ ਸੀ ਇਹ ਸਭ ਕੁਝ ਠੀਕ ਹੈ, ਚਲੋ ਇਹਨਾਂ ਦੀ ਪ੍ਰਾਈਵੇਟ ਲਾਈਫ ਹੈ, ਜੋ ਮਰਜ਼ੀ ਕਰਨਾ, ਆਪਾਂ ਇਹਦੇ ਵਿੱਚ ਇੰਟਰਫੇਅਰ ਨਹੀਂ ਕਰਦੇ ਹੈਗੇ, ਪਰ ਧਰਮ ਦੇ ਨਾਲ ਗਲਤ ਕਰਕੇ ਨਹੀਂ, ਧਰਮ ਦੇ ਨਾਲ ਝੂਠ ਬੋਲ ਕੇ ਮਹਾਨ ਹੋਣ ਦੀ ਲੋੜ ਨਹੀਂ ਹੈਗੀ। ਆਪਣੇ ਸਿਰ ਤੇ ਕਰੋ ਜੋ ਵੀ ਕਰਨਾ ਵਾ, ਪੜ੍ਹਾਈ ਲਿਖਾਈ ਕਰੋ, ਅਸਲੀ ਸੇਵਾ ਕਰੋ। Jo tenia 18 anys quan vaig sortir de casa, doncs la meva joventut i passos importants, sigui dins de la comunitat, tenir un paper important o dins de la societat d'aquí o al poble Badalona। ਇਸ ਦੌਰਾਨ ਗਗਨਦੀਪ ਨੇ ਇੱਕ ਹੋਰ ਗਲਤ ਗੱਲ ਕੀਤੀ ਹੈ, ਜਰਾ ਇਹਨਾਂ ਦੀ ਆਹ ਵਾਲੀ ਵੀਡੀਓ ਵੇਖਿਓ। ਦੇ ਵਿੱਚ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਆਪਾਂ ਨੂੰ ਬਿਲਕੁਲ ਉਹਦੀ ਹੁਣ ਕੋਈ ਵੀ ਸਿੱਖਿਆ ਸਾਰੇ ਸ਼੍ਰੀ ਸਾਹਿਬ ਪਾਉਂਦੇ, ਕਿਸੇ ਨੂੰ ਕੋਈ ਮੁਸ਼ਕਿਲ ਨਹੀਂ। ਕਹਿੰਦੇ ਕਿ ਹੁਣ ਕਿਰਪਾਨ ਦੀ ਕੋਈ ਵੀ ਪ੍ਰੋਬਲਮ ਨਹੀਂ ਹੈਗੀ, ਜਦੋਂ ਮਰਜ਼ੀ ਜਿੱਥੋਂ ਮਰਜ਼ੀ ਪਾ ਕੇ ਜਾ ਸਕਦੇ ਹਾਂ। ਇਹ ਵੀ ਇਹਨਾਂ ਨੇ ਗਲਤ ਗੱਲ ਕੀਤੀ ਹੈ ਟੀਵੀ ਉੱਪਰ। ਇਹ ਕਹਿ ਕੇ ਟੀਵੀ ਉੱਪਰ ਆਪਣੀ ਪਬਲਿਸਿਟੀ ਕਰ ਰਹੇ ਨੇ, ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸੁਣਨ ਵਾਲਾ ਸੋਚੇ ਕਿ ਗਗਨਦੀਪ ਦੇ ਕਰਕੇ ਕਿਰਪਾਨ ਹੁਣ ਲੀਗਲ ਹੋ ਚੁੱਕੀ ਹੈ ਇੱਥੇ।
ਇਹ ਗਲਤ ਗੱਲ ਹੈ। ਦਾਸ ਨੂੰ ਖੁਦ ਕਈ ਵਾਰੀ ਰੋਕਿਆ ਵਾ ਕਿਰਪਾਨ ਕਰਕੇ, ਕਈ ਵਾਰੀ ਸਾਡੀ ਡਿਸਕਸ਼ਨ ਹੁੰਦੀ ਰਹਿੰਦੀ ਹੈ ਉਹਨਾਂ ਦੇ ਨਾਲ। ਆਪਣੇ ਕਿੰਨੇ ਵੀਰਾਂ ਨੂੰ ਦਿੱਕਤ ਆਉਂਦੀ ਹੈ ਇੱਥੇ, ਅਜੇ ਤੱਕ ਵੀ ਜੁਰਮਾਨੇ ਪੈਂਦੇ ਨੇ। ਚਲੋ ਆਪਾਂ ਇਸ ਗੱਲ ਨੂੰ ਵੀ ਸਮਝਦੇ ਹਾਂ ਕਿ ਅਣਜਾਣ ਵਾਸਤੇ, ਇੱਥੇ ਦੇ ਲੋਕਾਂ ਵਾਸਤੇ ਇੱਕ ਹਥਿਆਰ ਹੈ ਕਿਰਪਾਨ। ਚਲੋ ਇਹਦਾ ਕੋਈ ਗੱਲ ਨਹੀਂ, ਇਹ ਆਪਾਂ ਸੋਲਵ ਕਰ ਸਕਦੇ ਹਾਂ ਪ੍ਰੋਬਲਮ। ਪਰ ਐਦਾਂ ਜੋ ਗਗਨਦੀਪ ਗਲਤ ਗੱਲ ਕਰ ਰਹੇ ਨੇ ਟੀਵੀ ਉੱਪਰ, ਇਹ ਸ਼ੋਅ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇਹਨਾਂ ਦੇ ਕਰਕੇ ਹੁਣ ਕਿਰਪਾਨ ਲੀਗਲ ਹੈ, ਪ੍ਰੋਪਰ ਹੈ, ਇਹ ਗਲਤ ਗੱਲ ਹੈ। ਬਾਰ-ਬਾਰ ਪਬਲਿਸਿਟੀ, ਬਾਰ-ਬਾਰ ਮੀਡੀਆ ਉੱਪਰ ਝੂਠ। ਗਗਨਦੀਪ ਵਿਕਾਸ ਕਰਕੇ, ਤਰੱਕੀ ਕਰਕੇ, ਅਸਲੀ ਸੇਵਾ ਕਰਕੇ ਬੰਦਾ ਟੀਵੀ ਤੇ ਜਾਵੇ ਤਾਂ ਫਿਰ ਵੀ ਸਮਝ ਆਉਂਦੀ ਹੈ, ਪਰ ਇੰਜ ਫੋਕੀਆਂ ਗੱਲਾਂ ਦੇ ਨਾਲ ਨਹੀਂ। ਬੜਾ ਸ਼ੌਂਕ ਹੈ ਅੱਜ ਕੱਲ੍ਹ ਕਈਆਂ ਨੂੰ ਮਸ਼ਹੂਰ ਹੁੰਦਾ ਵੀ ਝੂਠ ਦਾ ਸਹਾਰਾ ਲੈ ਕੇ। ਇਹ ਕਹਿੰਦੇ ਨੇ ਕਿ 10 ਸਾਲ ਇਹਨਾਂ ਨੇ ਸੇਵਾ ਕੀਤੀ ਹੈ ਟੋਟਲ। ਦੇਖੋ, ਨਾ ਤੇ ਸਾਡੀ ਕਿਰਪਾਨ ਰਜਿਸਟਰਡ ਹੈ ਲੀਗਲ ਤੌਰ ਤੇ, ਨਾ ਸਾਡੇ ਧਰਮ ਬਾਰੇ ਪੜ੍ਹਾਇਆ ਜਾਂਦਾ ਵਾ ਸਕੂਲਾਂ ਦੇ ਵਿੱਚ ਜਿਸ ਤਰ੍ਹਾਂ ਹੋਰ ਧਰਮਾਂ ਬਾਰੇ ਦੱਸਿਆ ਜਾਂਦਾ ਵਾ। ਚਲੋ ਇਹ ਸਭ ਕੁਝ ਤਾਂ ਹੀ ਹੋਏਗਾ ਨਾ ਜੇ ਆਪਣਾ ਧਰਮ ਰਜਿਸਟਰਡ ਹੋਵੇ ਲੀਗਲੀ। ਕੀ ਵਿਕਾਸ ਕੀਤਾ? ਕੁਝ ਵੀ ਨਹੀਂ ਕੀਤਾ। ਮੁਸਲਮਾਨ, ਯਹੂਦੀ ਸਭ ਧਰਮ ਦਰਜ ਨੇ, ਪਰ ਸਾਡਾ ਧਰਮ ਰਜਿਸਟਰਡ ਨਹੀਂ ਹੈ। 10 ਸਾਲ ਥੋੜੇ ਨਹੀਂ ਹੁੰਦੇ ਸਾਧ ਸੰਗਤ ਜੀਓ। ਕੋਈ ਵਿਕਾਸ ਨਹੀਂ, ਕੁਛ ਨਹੀਂ, ਪਰ ਟੀਵੀ ਉੱਤੇ ਝੂਠ ਬੋਲਣ ਲੱਗੇ ਤੇ ਮਸ਼ਹੂਰ ਹੋਣ ਲੱਗੇ ਨੰਬਰ 1। ਬੰਦੇ ਨੇ ਜੇ ਦਿਲ ਲਾ ਕੇ ਸੇਵਾ ਕਰਨੀ ਹੋਵੇ ਨਾ, ਜੇ ਆਪਣਾ ਕਮਰ ਕਸਾ ਕਰ ਲਵੇ ਤਾਂ ਜਲਦੀ ਤੋਂ ਜਲਦੀ ਸਭ ਕੁਝ ਕੀਤਾ ਜਾ ਸਕਦਾ ਵੈ। ਦਾਸ ਨੂੰ ਪਤਾ ਵੇ ਨਾ, ਟੋਟਲੀ ਸਾਡਾ ਧਰਮ ਹੀ ਰਜਿਸਟਰਡ ਨਹੀਂ ਹੈਗਾ। ਅੱਗੇ ਹੋਰ ਆਪਾਂ ਕੀ ਗੱਲ ਕਰੀਏ? ਤੇ ਟੀਵੀ ਉੱਪਰ ਆ ਕੇ ਪ੍ਰਸ਼ੰਸਾ ਕਰਨ ਨੂੰ ਅੱਜ ਕੱਲ੍ਹ ਲੋਕ ਮਿੰਟ ਲਗਾਉਂਦੇ ਨੇ। ਆਪਣੀ ਵਾਹਵਾ ਦੇ ਮਗਰ ਪਈ ਹੈ ਸਾਰੀ ਦੁਨੀਆ। ਗੁਰੂ ਸਾਹਿਬ ਨੂੰ ਤਾਂ ਸਾਰੇ ਭੁੱਲ ਹੀ ਚੁੱਕੇ ਹਾਂ ਆਪਾਂ ਸੰਗਤ ਜੀ। ਗੁਰੂ ਜੀ ਦੀ ਫਤਿਹ ਕਰਾਂਗੇ ਤੇ ਆਪਣੀ ਫਤਿਹ ਆਟੋਮੈਟਿਕਲੀ ਹੋ ਜਾਏਗੀ। ਲੋੜ ਨਹੀਂ ਪਏਗੀ ਫਿਰ ਥਾਂ ਥਾਂ ਤੇ ਜਾ ਕੇ ਮਹਿਮਾ ਆਪਣੀ ਕਰਾਉਣ ਦੀ। ਸਾਧ ਸੰਗਤ ਜੀ, ਇਹ ਆਪ ਜੀ ਦੇ ਨਾਲ ਕੁਛ ਗੱਲਾਂ ਦੀ ਸਾਂਝ ਪਾਈ ਹੈ। ਇਹ ਕੋਈ ਪਰਸਨਲ ਜਾਂ ਫੈਮਿਲੀ ਮੈਟਰ ਨਹੀਂ ਹੈਗਾ, ਇਹ ਸਾਡੀ ਸਾਰੀ ਕੌਮ ਦਾ ਇਸ਼ੂ ਹੈ। ਤੇ ਇਸ ਲਈ ਦਾਸ ਪਹਿਲੇ ਦਿਨ ਤੋਂ ਹੀ ਕਤਲੂਈਆਂ ਦੀ ਸੰਗਤ ਦੇ ਨਾਲ ਬੈਠ ਕੇ ਸ਼ਾਂਤੀਪੂਰਵਕ ਗੱਲ ਕਰਨਾ ਚਾਹੁੰਦਾ ਸੀ, ਪਰ ਗਗਨਦੀਪ ਤੇ ਉਹਨਾਂ ਦੇ ਸਾਥੀ ਇਹ ਕਦੀ ਨਹੀਂ ਸੀ ਚਾਹੁੰਦੇ ਕਿ ਇਹ ਸਾਰੀਆਂ ਗੱਲਾਂ ਸੰਗਤ ਦੇ ਸਾਹਮਣੇ ਆਉਣ। ਪਿਛਲੇ 1.5 ਮਹੀਨੇ ਤੋਂ ਮੈਨੂੰ ਮੈਸੇਜ ਆ ਰਹੇ ਨੇ ਪ੍ਰਾਈਵੇਟ ਗੱਲਬਾਤ ਕਰਨ ਦੇ, ਤਾਂ ਜੋ ਇਹ ਗੱਲ ਕਮਿਊਨਿਟੀ ਦੇ ਸਾਹਮਣੇ ਨਾ ਖੁੱਲੇ। ਇਹਨਾਂ ਦੇ ਸਾਥੀ ਦਾਸ ਨੂੰ ਅਤੇ ਉਸ ਹਰ ਇੱਕ ਸੰਗਤ ਦੇ ਪ੍ਰਾਣੀ ਨੂੰ ਜਿਹੜਾ ਸੱਚ ਬੋਲੇ ਕੁੱਟਣ ਤੇ ਮਾਰਨ, ਦਬਾਉਣ ਨੂੰ ਫਿਰਦੇ ਨੇ। ਮੈਂ ਬਹੁਤ ਕੋਸ਼ਿਸ਼ ਕੀਤੀ ਸੰਗਤ ਦੇ ਨਾਲ ਗੱਲ ਕਰਨ ਦੀ, ਤਾਂ ਜੋ ਸਾਰੀ ਕਮਿਊਨਿਟੀ ਨੂੰ ਗੱਲ ਦਾ ਪਤਾ ਲੱਗੇ, ਪਰ ਇਹਨਾਂ ਦਾ ਇਰਾਦਾ ਸ਼ੁਰੂ ਤੋਂ ਹੀ ਗੱਲ ਰਫਾ ਦਫਾ ਕਰਨ ਦਾ ਸੀ। ਇਹਨਾਂ ਨੇ ਧਮਕੀ ਦਿੱਤੀ ਕਿ ਜਿੱਥੇ ਇਕੱਠੇ ਹੋਏ ਉੱਥੇ ਹੀ ਆ ਕੇ ਖੱਪ ਪਾਉਣਗੇ, ਲੜਾਈ ਕਰਨਗੇ ਇਹਨਾਂ ਦੇ ਬੰਦੇ। ਇਹ 3 ਵੀਡੀਓ ਵੇਖਿਓ ਜੀ, ਜਿਹਦੇ ਵਿੱਚ ਕਿ ਗਗਨਦੀਪ ਦਾ ਇਹ ਸਾਥੀ ਸਾਨੂੰ ਮਾਰਨ ਕੁੱਟਣ ਦੀ ਧਮਕੀ ਦੇ ਰਿਹਾ ਵਾ। ਉਸ ਹਰ ਇੱਕ ਇਨਸਾਨ ਨੂੰ ਕੁੱਟਣ ਦੀ ਧਮਕੀ ਦੇ ਰਿਹਾ ਵਾ ਜਿਹੜਾ ਕਮਿਊਨਿਟੀ ਦੇ ਵਿੱਚ ਸਵਾਲ ਜਵਾਬ ਕਰੇ, ਜਿਹੜਾ ਇਹਨਾਂ ਦੇ ਅੱਗੇ ਬੋਲੇ, ਜਿਹੜਾ ਕੋਈ ਵੀ ਕੁਐਸਚਨ ਕਰੇ, ਸਾਥੀ ਦੇ ਉੱਤੇ ਪਹਿਰਾ ਦੇਵੇ। ਲਾਈਵ ਫੇਸਬੁੱਕ ਦੇ ਉੱਤੇ ਹੋ ਕੇ ਖਤਮ ਕਰਨ ਦੀਆਂ ਧਮਕੀਆਂ ਦੇ ਰਹੇ ਨੇ ਗਗਨਦੀਪ ਦੇ ਇਸ਼ਾਰਿਆਂ ਤੇ। ਤੁਸੀਂ ਆਪ ਹੀ ਸੁਣ ਲਵੋ ਉਹਨਾਂ ਦੀ 3 ਵੀਡੀਓ। ਬਾਕੀ ਕਿਤੇ ਡਿੱਕੇ ਚੜ ਗਿਆ ਨਾ, ਤੈਨੂੰ ਦੱਸਾਂਗੇ ਮਸੰਦ ਕਹਿੰਦੇ ਕਿ ਇਹਨੂੰ ਆ। ਧੱਕੇ ਚੜ ਜਵੇ ਸਹੀ, ਜਿਹੜੇ ਇਹਦੇ ਪਿੱਛੇ ਬੰਦੇ ਦੇ ਬੋਲਦੇ ਕਿਤੇ ਉਹ ਮਿਲ ਜਾਣਾ ਮੈਨੂੰ। ਹਾਂ ਦੀਪੇ ਭਾ, ਕੀ ਹਾਲ ਚਾਲ ਆ? ਉਹ ਕਿਤੇ ਮਿਲ ਜਾਣਾ ਮੈਨੂੰ ਜਿਹੜੇ ਪਿੱਛੇ ਬੰਦੇ ਬੋਲਦੇ ਦੇ। ਸਾਲਿਆਂ ਦੀਆਂ ਅੱਧੀਆਂ ਦਾੜੀਆਂ ਕੱਟ ਕੇ ਨਾ ਖੜੇ ਕਰਕੇ ਨਾ ਫੇਸਬੁੱਕਾਂ ਤੇ ਪਾਏ ਸਾਲੇ, ਉਹ ਮਸੰਦ ਇਹਨੂੰ ਕਹਿੰਦੇ ਆ। ਤੇ ਕੱਲ੍ਹ ਨੂੰ ਜੇ ਰੱਖਦੇ ਵੀ ਆ, ਕੋਈ ਨਾ ਕੋਈ ਉੱਥੇ ਘਟਨਾ ਹੁੰਦੀ ਆ ਗੁਰਦੁਆਰੇ ਦੇ ਵਿੱਚ, ਤਾਂ ਉਹਦੇ ਜ਼ਿੰਮੇਵਾਰ ਇਹ ਖੁਦ ਹੋਣਗੇ। ਉਹ 'ਚ ਅਸੀਂ ਕੋਈ ਨਹੀਂ ਜ਼ਿੰਮੇਵਾਰ ਹੋਵਾਂਗੇ, ਉਹ ਇਹ ਹੋਣਗੇ। ਆਪਾਂ ਤਾਂ ਇਹ ਗੱਲ ਹੁਣ ਕਹਿ ਰਹੇ ਹਾਂ, ਬਾਕੀ ਇਹਨਾਂ ਦੀ ਮਰਜ਼ੀ ਆ ਇਹ ਰੱਖਣਾ। ਇਹਨਾਂ ਬੰਦਿਆਂ ਨੇ ਜਿਹੜੇ ਪਿੱਛੇ ਬੰਦੇ ਸੀਗੇ ਨਾ, ਪਤਾ ਤਾਂ ਆਪਾਂ ਨੂੰ ਕਾਫੀਆਂ ਨੂੰ ਲੱਗ ਹੀ ਗਿਆ ਕਿ ਬੰਦੇ ਪਿੱਛੇ ਕੌਣ ਬੋਲਦੇ ਸੀਗੇ। ਆਪਣੇ ਮੂਹਰੇ ਆ ਹੀ ਗਏ ਆ। ਹੁਣ ਉਹ ਬੰਦਿਆਂ ਨੂੰ ਮੈਂ ਫੋਨ ਕਰਤੇ, ਅੱਜ 1-2 ਨੂੰ ਤਾਂ ਮੈਂ ਫੋਨ ਕਰਤੇ ਆ ਜਿਹੜੇ ਬੰਦਿਆਂ ਦੀ ਪਿੱਛੋਂ ਸਪੋਰਟ ਸੀਗੀ। ਮੈਂ ਕਿਹਾ ਆਓ ਤੁਹਾਡੀਆਂ ਸਾਲਿਓ ਅੱਧੀਆਂ ਦਾੜੀਆਂ ਲਾ ਕੇ ਨਾ ਤੁਹਾਨੂੰ ਉਹਨਾਂ ਮਸੰਦ ਕਹਾਇਆ ਤਾਂ ਤੁਸੀਂ ਕੀ ਯਾਦ ਕਰੋਗੇ। ਜੇ ਕੋਈ ਜੀ ਕਰੇ ਤਾਂ ਫਿਰ ਠੀਕ ਹੈ, ਪਰ ਜੇ ਸਾਨੂੰ ਪਤਾ ਲੱਗਾ ਵਾ ਕਿ ਕਮਿਊਨਿਟੀ ਦੇ ਵਿੱਚ ਕਈ ਕੰਮ ਗਲਤ ਹੋ ਰਹੇ ਨੇ ਤਾਂ ਫਿਰ ਸਾਨੂੰ ਮਾਰਨ ਨੂੰ ਫਿਰਦੇ ਨੇ। ਇਹ ਸਾਰੇ ਰਲ ਮਿਲ ਕੇ ਅਸਲ ਵਿੱਚ ਦਹਿਸ਼ਤ ਪਾਉਂਦੇ ਨੇ ਕਮਿਊਨਿਟੀ ਦੇ ਉੱਤੇ। ਇਹਨਾਂ ਦਾ ਇੱਕ ਸਾਥੀ ਮੈਨੂੰ ਪ੍ਰਾਈਵੇਟਲੀ 2 ਹਫ਼ਤੇ ਪਹਿਲੇ ਮਿਲ ਕੇ ਗਿਆ ਸੀ। ਉਹਨੇ ਮੈਨੂੰ ਕਿਹਾ ਕਿ ਜੇ ਗਗਨਦੀਪ ਕੋਲੋਂ ਪ੍ਰਾਈਵੇਟ ਮਾਫੀ ਮੰਗਾ ਦਈਏ ਤਾਂ ਫਿਰ ਮੈਂ ਖੁਸ਼ ਹਾਂ। ਮੇਰਾ ਜਵਾਬ ਇਹ ਸੀ ਕਿ ਸਭ ਤੋਂ ਪਹਿਲਾਂ ਤੁਸੀਂ ਇਹਦਾ ਮਤਲਬ ਆਪਣੀ ਗਲਤੀ ਨੂੰ ਮੰਨਦੇ ਹੋ, ਤੇ ਦੂਜੀ ਗੱਲ, ਮੈਂ ਕੋਈ ਨਹੀਂ ਹੁੰਦਾ ਹੈਗਾ ਮਾਫੀ ਦੇਣ ਵਾਲਾ। ਮੇਰੀ ਡਿਊਟੀ ਹੈ ਸੰਗਤ ਦੇ ਸਾਹਮਣੇ ਸੱਚ ਪੇਸ਼ ਕਰਨਾ, ਜੋ ਤੁਸੀਂ ਕਰਨ ਨਹੀਂ ਦਿੱਤਾ ਖੌਫ ਕਰਕੇ। ਤੇ ਸੰਗਤ ਡਿਸਾਈਡ ਕਰੇਗੀ ਕੀ ਕਰਨਾ ਵਾ ਤੇ ਕੀ ਨਹੀਂ ਕਰਨਾ ਹੈਗਾ। ਇਹਨਾਂ ਸਾਰਿਆਂ ਦਾ ਪਰ ਇੱਕ ਹੀ ਇਰਾਦਾ ਸੀ ਸ਼ੁਰੂ ਤੋਂ,
ਜਾਂ ਤੇ ਸਭ ਤੋਂ ਪਹਿਲਾਂ ਮੈਨੂੰ ਇਹ ਕਹਿਣਾ ਪ੍ਰਾਈਵੇਟਲੀ ਮਿਲ ਲਓ ਗੁਰਦੇਵ ਤੇ ਪ੍ਰਾਈਵੇਟਲੀ ਗੱਲ ਕਰ ਲਓ, ਹੈਨਾ, ਤੇ ਬਹਿ ਕੇ ਤੇ ਮਾਫੀ ਮੰਗਵਾ ਦਿੰਦੇ ਆ ਤੇ ਗੱਲ ਨੂੰ ਰਫਾ ਦਫਾ ਕਰ ਦੋ। ਤੇ ਉਸ ਤੋਂ ਬਾਅਦ ਜਦੋਂ ਮੈਂ ਕਿਹਾ ਕਿ ਮੈਂ ਵਿਕਣ ਵਾਲਿਆਂ ਚੋਂ ਨਹੀਂ ਹੈਗਾ, ਸਿੱਧੀ ਦੀ ਗੱਲ ਹੈ, ਸੰਗਤ ਦੇ ਨਾਲ ਜੇ ਧੋਖਾ ਹੋਇਆ ਵਾ ਤੇ ਸੰਗਤ ਦੇ ਨਾਲ ਹੀ ਵਿੱਚ ਬਹਿ ਕੇ ਗੱਲ ਹੋਏਗੀ। ਤੇ ਉਸ ਤੋਂ ਬਾਅਦ ਫਿਰ ਲੜਾਈ ਕਰਨ ਨੂੰ ਫਿਰਦੇ ਨੇ, ਗੁੰਡਾਗਰਦੀ ਕਰਨ ਨੂੰ ਫਿਰਦੇ ਨੇ, ਦਬਾਉਣ ਵਾਸਤੇ। ਹੁਣ ਤੁਹਾਡੇ ਸਾਹਮਣੇ ਗਗਨਦੀਪ ਤੇ ਇਹਨਾਂ ਦਾ ਸਾਰਾ ਗਰੁੱਪ ਕੁੱਟਮਾਰ ਧਮਕਾਉਣ ਨੂੰ ਫਿਰਦੇ ਨੇ ਸਾਨੂੰ। ਮੇਰੇ ਆਪਣੇ ਸ਼ਹਿਰ ਦੇ ਗੁਰਦੁਆਰਾ ਸਾਹਿਬ ਦੇ ਕੁਛ ਕਮੇਟੀ ਮੈਂਬਰ ਇਹਨਾਂ ਦੇ ਵਾਸਤੇ ਕੰਮ ਕਰਦੇ ਨੇ। ਇਹ ਸਾਰੇ ਰਲੇ ਹੋਏ ਨੇ, ਵੱਖ-ਵੱਖ ਝੂਠੇ ਬੰਦੇ ਇੱਕ ਦੂਜੇ ਦੀ ਸਪੋਰਟ ਕਰਦੇ ਨੇ। ਮੈਂ 2 ਮਹੀਨਿਆਂ ਤੋਂ ਵੇਖ ਰਿਹਾ ਵਾਂ, ਆਰਾਮ ਨਾਲ ਬੈਠ ਕੇ ਗੱਲ ਕਰਨਾ ਚਾਹੁੰਦਾ ਸੀ ਮੈਂ, ਪਰ ਇਹ ਸਿੱਧਾ ਲੜਨ ਨੂੰ ਪੈਂਦੇ ਨੇ। ਇਹਨਾਂ ਸਾਰਿਆਂ ਦਾ ਇੱਕ ਸੋਲਿਡ ਫਰੈਂਡ ਸਰਕਲ ਹੈ ਕਮਿਊਨਿਟੀ ਦੇ ਵਿੱਚ ਸਵਾਲ ਜਵਾਬ ਕਰਨ ਵਾਲੇ ਨੂੰ ਦਬਾਉਣ ਦਾ। ਤੇ ਗੁਰੂ ਘਰ ਇਹਨਾਂ ਨੇ ਆਪਣੀ ਪ੍ਰਾਈਵੇਟ ਪ੍ਰਾਪਰਟੀ ਬਣਾਈ ਹੈ ਜਿੱਥੇ ਸੱਚ ਬੋਲਣ ਵਾਲੇ ਦੀ ਐਂਟਰੀ ਬਲੌਕ ਕੀਤੀ ਜਾਂਦੀ ਹੈ। ਗਾਲਾਂ, ਧਮਕੀਆਂ, ਜਾਨਲੇਵਾ ਵਾਰਨਿੰਗਸ, ਕੁੱਟਮਾਰ, ਮੇਰੇ ਹੱਥ ਜੋ ਸਬੂਤ ਲੱਗੇ ਨੇ ਤੇ ਜੋ ਸਾਰਾ ਸੱਚ ਹੈ, ਗਗਨਦੀਪ ਤੇ ਇਹਨਾਂ ਦੇ ਸਾਥੀ ਨਹੀਂ ਸੀ ਚਾਹੁੰਦੇ ਕਿ ਸੰਗਤ ਦੇ ਸਾਹਮਣੇ ਇਹ ਸਾਰੀਆਂ ਗੱਲਾਂ ਪੇਸ਼ ਹੋਣ। ਮੈਂ 28 ਜੂਨ ਦਾ ਪ੍ਰੋਗਰਾਮ ਉਡੀਕਿਆ ਸੀ ਜਿਹਦੇ ਵਿੱਚ ਕਿ ਦੂਰੋਂ ਸਾਰੀ ਸੰਗਤ ਨੇ ਆਉਣਾ ਸੀ ਤਾਂ ਜੋ ਸਾਰਿਆਂ ਦੀ ਗੱਲ ਸਾਰਿਆਂ ਦੇ ਵਿੱਚ ਬਹਿ ਕੇ ਹੋ ਸਕਦੀ, ਪ੍ਰਾਈਵੇਟ ਨਹੀਂ ਜਿਸ ਤਰ੍ਹਾਂ ਇਹ ਪਹਿਲੇ ਦਿਨ ਤੋਂ ਹੀ ਚਾਹੁੰਦੇ ਸੀ। ਮੈਂ 28 ਜੂਨ ਦਾ ਪ੍ਰੋਗਰਾਮ ਉਡੀਕਿਆ ਸੀ ਸਾਰੀਆਂ ਗੱਲਾਂ ਦੀ ਸਾਂਝ ਪਾਉਣ ਵਾਸਤੇ। ਮੈਂ ਸਾਰੇ ਸਰਕਾਰੀ ਪ੍ਰਬੰਧ ਕਰਕੇ ਸਾਰੀ ਸਿਕਿਉਰਿਟੀ ਦੇ ਨਾਲ ਸਾਰੀ ਸੰਗਤ ਨੂੰ ਨਾਲ ਲੈ ਕੇ ਤੇ ਫਿਰ ਗੱਲ ਕਰਨੀ ਸੀਗੀ। ਪਰ ਇਸ ਫੋਟੋ ਵਾਲੇ ਮੇਹਰ ਸਿੰਘ ਨੇ, ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ, ਆਪਣੇ ਆਪ ਨੂੰ ਮੇਰੇ ਸ਼ਹਿਰ ਦੇ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਕਹਾਉਣ ਵਾਲਾ 28 ਤਰੀਕ ਦਾ ਪ੍ਰੋਗਰਾਮ ਕੈਂਸਲ ਕਰ ਗਿਆ ਗਗਨਦੀਪ ਦੇ ਇਸ਼ਾਰਿਆਂ ਤੇ, ਕਿਉਂਕਿ ਸਾਰੀ ਸੰਗਤ ਸਾਹਮਣੇ ਆ ਕੇ ਪ੍ਰੂਫਾਂ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਸੀ। ਸ਼ੁਰੂ ਤੋਂ ਹੀ ਪ੍ਰਾਈਵੇਟ ਆਪਸ ਵਿੱਚ ਬਹਿ ਕੇ ਗੱਲ ਕਰਨਾ ਚਾਹੁੰਦੇ ਸੀ। ਪਰ ਮੈਂ ਵਿਕਾਊ ਨਹੀਂ ਹੈਗਾ, ਮੈਂ ਤੁਹਾਨੂੰ ਪਹਿਲੇ ਵੀ ਗੱਲ ਦੱਸੀ ਹੈ। ਗੁਰੂ ਦੀ ਸੰਗਤ ਕੋਲੋਂ ਮੈਂ ਕੋਈ ਚੀਜ਼ ਨਹੀਂ ਲੁਕਾ ਸਕਦਾ ਹੈਗਾ। ਜੇ ਸੰਗਤ ਦੇ ਨਾਲ, ਕਮਿਊਨਿਟੀ ਦੇ ਨਾਲ ਕੋਈ ਗਲਤ ਕੰਮ ਹੋ ਰਿਹਾ ਵੈ ਤਾਂ ਫਿਰ ਆਪਾਂ ਭਾਵੇਂ ਥੋੜੇ ਦਾਣੇ ਵੀ ਹੋਈਏ ਪਰ ਫਿਰ ਵੀ ਸੱਚ ਦੇ ਉੱਤੇ ਪਹਿਰਾ ਦੇਵਾਂਗੇ, ਸੱਚ ਬੋਲਾਂਗੇ। ਮੈਂ ਜਿੰਨੀ ਵਾਰੀ ਵੀ ਸੰਗਤ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹਨਾਂ ਨੇ ਉਸ ਤੋਂ ਪਹਿਲਾਂ ਆ ਕੇ ਹੀ ਸੱਚੇ ਬਣ ਗਏ ਨੇ। ਮੈਨੂੰ ਇੱਕ ਦਿਨ ਇਸ ਫੋਟੋ ਵਾਲੇ ਹੀ ਮੇਹਰ ਸਿੰਘ ਨੇ ਫੋਨ ਕਰਕੇ ਕਿਹਾ ਕਿ ਮੈਂ ਇਕੱਲਾ ਆਵਾਂ, ਵੱਧ ਤੋਂ ਵੱਧ ਇੱਕ ਬੰਦੇ ਦੇ ਨਾਲ ਆਵਾਂ। ਤੇ ਮੈਂ ਕਿਹਾ ਕਿ ਜਦੋਂ ਆਪਾਂ 28 ਜੂਨ ਨੂੰ ਸਾਰੀ ਸੰਗਤ ਨੇ ਆਉਣਾ ਵਾ ਤੇ ਫਿਰ 20 ਜੂਨ ਨੂੰ ਇਕੱਲੇ ਬਹਿ ਕੇ ਗੱਲ ਕਰਨ ਦਾ ਕੋਈ ਵੀ ਫਾਇਦਾ ਨਹੀਂ ਹੈਗਾ। ਤੇ ਨਾਲੇ ਕਿਉਂਕਿ ਮੈਂ 28 ਜੂਨ ਨੂੰ ਸਾਰਾ ਹੀ ਪ੍ਰਬੰਧ ਕੀਤਾ ਸੀ, ਸਾਰੀ ਸੰਗਤ ਨੇ ਦੂਰੋਂ ਪਹੁੰਚਣਾ ਸੀਗਾ, ਤੇ ਤੁਸੀਂ ਮੈਨੂੰ ਹੁਣ ਫੋਨ ਕਰਕੇ ਕਹਿ ਰਹੇ ਹੋ ਕਿ ਮੈਂ ਅੱਜ ਆਵਾਂ ਤਾਂ ਜੋ ਸੰਗਤ ਇਹਨੇ ਥੋੜੇ ਟਾਈਮ ਦੇ ਵਿੱਚ ਨਾ ਆ ਸਕੇ। ਤਾਂ ਫਿਰ ਇਹ ਆ ਵੀ ਗਏ ਸੱਚੇ ਬਣਨ ਵਾਸਤੇ ਜਦ ਮੈਂ ਇਹਨਾਂ ਨੂੰ ਇਨਕਾਰ ਕਰਤਾ ਸੀ। ਤੇ 50-60 ਜਾਣੇ ਆਏ ਤੇ ਮੈਨੂੰ ਇਕੱਲੇ ਨੂੰ ਬੁਲਾ ਰਹੇ ਸੀ ਲੜਾਈ ਦੇ ਇਰਾਦੇ ਦੇ ਨਾਲ। ਆਪਾਂ ਦੇਖੋ ਕਿਸੇ ਕੋਲੋਂ ਡਰਦੇ ਨਹੀਂ ਹੈਗੇ, ਅਸਲ ਵਿੱਚ ਤੇ ਡਰ ਇਹਨਾਂ ਨੂੰ ਹੈ। 50-60 ਜਾਣੇ ਆ ਰਹੇ ਨੇ ਮੈਨੂੰ ਇਕੱਲੇ ਨੂੰ ਸੱਦ ਕੇ, ਡਰ ਤੇ ਇਹਨਾਂ ਨੂੰ ਹੈ। ਇਹ ਮੇਰਾ ਨੇਬਰ ਹੈ ਗਗਨਦੀਪ ਦੀ ਫੁੱਲ ਸਪੋਰਟ ਦੇ ਵਿੱਚ। ਇਹਨਾਂ ਨੇ ਮੇਰਾ ਨੰਬਰ, ਮੇਰੇ ਫੈਮਿਲੀ ਦੇ ਨੰਬਰ, ਮੇਰੇ ਘਰ ਦਾ ਐਡਰੈਸ, ਮੇਰੇ ਪ੍ਰਾਈਵੇਟ ਇਨਫੋਰਮੇਸ਼ਨ ਇਹ ਸਭ ਪਬਲਿਕਲੀ ਲੀਕ ਕੀਤਾ ਬਿਨਾਂ ਕਿਸੇ ਡਰ ਤੋਂ। ਇਸ ਕਰਕੇ ਹੁਣ ਵੰਨ-ਸਵੰਨੇ ਅਜੀਬ ਲੋਕ ਮੇਰੇ ਘਰ ਦੇ ਆਲੇ ਦੁਆਲੇ ਘੁੰਮਦੇ ਰਹਿੰਦੇ ਨੇ ਪਿਛਲੇ ਇੱਕ ਹਫ਼ਤੇ ਤੋਂ। ਇਹ ਸਾਰੇ ਰਲ ਮਿਲ ਕੇ ਗੁੰਡਾਗਰਦੀ ਕਰਦੇ ਨੇ ਕਮਿਊਨਿਟੀ ਦੇ ਵਿੱਚ। ਕਿਸੇ ਗੱਲ ਦਾ ਜਵਾਬ ਨਹੀਂ, ਪਰ ਸੰਗਤ ਨੂੰ ਜਵਾਬ ਦੇਣਾ ਪੈਣਾ ਵਾ, ਅੱਜ ਨਹੀਂ ਤੇ ਕੱਲ। ਕਦੋਂ ਤੱਕ ਇਦਾਂ ਕਰੋਗੇ? ਬਾਕੀ ਸੁਣ ਕੇ ਬਹੁਤ ਜ਼ਿਆਦਾ ਦੁੱਖ ਹੁੰਦਾ ਵਾ ਕਿ ਕਿਵੇਂ ਅੱਜ ਵੀ ਧਰਮ ਦਾ ਇਸਤੇਮਾਲ ਕੀਤਾ ਜਾਂਦਾ ਵਾ ਮਸ਼ਹੂਰ ਹੋਣ ਵਾਸਤੇ, ਆਪਣੇ ਬੈਨੀਫਿਟ ਵਾਸਤੇ। ਕਿਵੇਂ ਇੱਦਾਂ ਦੇ ਗੁੰਡਾਗਰਦੀ ਟੈਬ ਗਰੁੱਪ ਹਜੇ ਵੀ ਸਾਡੇ ਕਮਿਊਨਿਟੀ ਦੇ ਵਿੱਚ ਹੈਗੇ ਨੇ। ਬਹੁਤ ਕੋਸ਼ਿਸ਼ ਕੀਤੀ ਗਈ ਹੈ ਕੁੱਟਮਾਰ ਕਰਨ ਦੀ, ਦਬਾਉਣ ਦੀ। ਤੇ ਜੇ ਅੱਜ ਦਾਸ ਤੇ ਦਾਸ ਦੇ ਪਰਿਵਾਰ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਖਤਰਾ ਵਾ ਤੇ ਕੋਈ ਗੱਲ ਨਹੀਂ, ਕਮ ਸੇ ਕਮ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸੱਚ ਦੇ ਮਾਰਗ ਤੇ ਪਹਿਰਾ ਦਿੱਤਾ ਵਾ। ਤੇ ਅੱਜ ਚਲੋ ਇੰਨਾ ਕੀ ਬਹੁਤ ਹੈ ਕਿ ਸਾਰਾ ਜਿਹੜਾ ਸੱਚ ਆ ਉਹ ਸਾਹਮਣੇ ਆ ਗਿਆ ਵਾ, ਜੋ ਕਿ ਇਹ ਪਹਿਲੇ ਦਿਨ ਤੋਂ ਹੀ ਸੰਗਤ ਕੋਲੋਂ ਲੁਕਾਉਣਾ ਚਾਹੁੰਦੇ ਸੀਗੇ, ਜੋ ਕਿ ਪਹਿਲੇ ਦਿਨ ਤੋਂ ਹੀ ਚਾਹੁੰਦੇ ਸੀ ਕਿ ਸੱਚ ਸਾਰਿਆਂ ਸਾਹਮਣੇ ਕਿਤੇ ਪੇਸ਼ ਨਾ ਹੋ ਜਾਵੇ, ਜਿਹੜੀ ਗੱਲਬਾਤ ਹੈ ਉਹ ਸਾਰਿਆਂ ਸਾਹਮਣੇ ਕਿਤੇ ਆ ਨਾ ਜਾਵੇ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਬਚਨ ਨੇ ਜੀ, ਇਨਸਾਨ ਦੀ ਮੌਤ ਸਰੀਰਕ ਮੌਤ ਨਾਲ ਨਹੀਂ ਹੁੰਦੀ, ਜ਼ਮੀਰ ਦੇ ਮਰਨ ਨਾਲ ਹੁੰਦੀ ਹੈ। ਜ਼ਮੀਰ ਜਿਹਦੀ ਮਰ ਜਾਵੇ ਉਹ ਇਨਸਾਨ ਹੀ ਮਰ ਚੁੱਕਾ ਹੁੰਦਾ ਵਾ। ਤੇ ਬਦਕਿਸਮਤੀ ਦੇ ਨਾਲ ਇੱਥੇ ਬਹੁਤਿਆਂ ਦੀ ਜ਼ਮੀਰ ਮਰੀ ਹੋਈ ਹੈ। ਬਾਕੀ ਮਿਲਾਂਗੇ, ਬੜੀ ਜਲਦੀ ਮਿਲਾਂਗੇ। ਹੁਣ ਪਹਿਲੇ ਵਾਂਗੂ ਇੰਨਾ ਟਾਈਮ ਨਹੀਂ ਲੱਗੇਗਾ। ਇਹਨਾਂ ਸਾਰੀਆਂ ਗੱਲਾਂ ਤੋਂ ਇਲਾਵਾ ਜਿਹੜੀਆਂ ਹੋਰ ਗੱਲਾਂ ਨੇ ਜੋ ਮੈਂ ਤੁਹਾਡੇ ਸਾਹਮਣੇ ਜਲਦੀ ਪੇਸ਼ ਕਰੂੰਗਾ। ਦੇਖੋ ਗਲਤ ਗੱਲਾਂ ਤੇ ਬਹੁਤ ਨੇ ਤੇ ਕੋਈ ਨਹੀਂ, ਹੁਣ ਇੰਨਾ ਟਾਈਮ ਨਹੀਂ ਲੱਗੇਗਾ ਪਹਿਲੇ ਵਾਂਗੂ। ਬੜੀ ਦੇਖੋ ਸ਼ਰਮ ਵਾਲੀ ਗੱਲ ਹੈ ਕਿ ਇਹ ਸਾਰੀਆਂ ਗੱਲਾਂ ਮੈਂ ਸੰਗਤ ਦੇ ਵਿੱਚ ਬਹਿ ਕੇ ਪਿਆਰ ਨਾਲ ਕਰਨੀਆਂ ਸੀ, ਪਰ ਗਗਨਦੀਪ ਤੇ ਇਹਨਾਂ ਦੇ ਸਾਥੀਆਂ ਨੇ ਸਾਡੀ ਹਰ ਇੱਕ ਮੀਟਿੰਗ ਨੂੰ ਕੈਂਸਲ ਕਰਵਾਤਾ। ਪ੍ਰੋਪੇਗੈਂਡਾ ਖੇਡਿਆ, ਝੂਠ ਬੋਲਿਆ, ਧਮਕੀਆਂ ਦਿੱਤੀਆਂ, ਕਿਉਂਕਿ ਪਤਾ ਸੀ ਕਿ ਜੇ ਗੱਲਾਂ ਸੰਗਤ ਦੇ ਸਾਹਮਣੇ ਆ ਗਈਆਂ ਤੇ ਇਹਨਾਂ ਦਾ ਸਾਰਾ ਝੂਠ ਫੜਿਆ ਜਾਣਾ ਵਾ।
ਬਾਕੀ ਹੁਣ ਮੈਨੂੰ ਆਗਿਆ ਦਿਓ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਪਿਆਰ ਭਰੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।